सतनाम वाहिगुरु जीओ। चरण कमल स्यों लागे प्रीत, आन सखा नहीं आवे चीत। सदा सदा सिमरो प्रभु स्वामी, मिल नानक हरि अंतर जमे। मिल नानक हरि अंतर जमे। परम सत्कारयोग गुरु स्वरूप गुरु साहब संग जियो, आओ आप जी की सेवा लगन लगे हाँ। प्रवान करनी निरंकार मेहरबान दयालु कृपालु करे। आप जी दियां असीसां दा सदका जो धन गुरु अर्जन देव महाराज सच्चे पातशाह जी अगां आपां नूं ज्ञान दे रहे ने, उहदे नाल जुड़िए। गौड़ी महला पंजवां, थाती पाई हर को नाम, विचर संसार पूरन सब काम। थाती कहंदे ने थैली नूं, कहंदे ने जिस संसारी जीव ने निरंकार सच्चे पातशाह दे कोलों वाहिगुरु दे नाम दी धन दी थैली प्राप्त कर लई, उस संसार दे विच सुतंत्र विचर रहा फिरदा है। संसार दे विच अपना जीवन चला रहा, निर्वाह कर रहा। जीवन दे विच वो सारे कार्य जिहड़े करन वाले ने वो कर रहा है, पर वो निरंकार वाहिगुरु दे उत्ते उहदा भरोसा हुंदा है, क्योंकि नाम दी थैली पा लई उसने भाई। तो निरंकार सच्चे पातशाह जी सारे उहदे काम संपूर्ण कर दिंदे हन। वड पागी हर कीर्तन गाइए, पार ब्रह्म तू देह ता पाइए। गुरु दी कीर्ति जिहड़ी आ ना, इस जिन्ने भी गुरमुख प्यारे सेवा करते हैं उन्होंने इदू चीज़ का अनुभव कर लेना चाहिए कि वो बड़े भागां वाले ने। बड़े भागां दे नाल ही गुरु दा कीर्तन दी दात भाई प्राप्त हुंदी है। ते जे निरंकार कृपा करे, पार ब्रह्म जिसले कृपा करदा अपने प्यारिਆਂ ਦੇ ਉੱਤੇ, सो ਉਹਨਾਂ ਨੂੰ ਉਹ ਪ੍ਰਾਪਤ ਹੁੰਦੀ ਆ। ਪਾਰ ਬ੍ਰਹਮ ਤੂੰ ਦੇ ਤਾਂ ਪਾਈਏ। ਜਦੋਂ ਨਿਰੰਕਾਰ ਜੀ ਆਪ ਕਿਰਪਾ ਕਰਕੇ ਦਿੰਦੇ ਹੋ ਤਾਂ ਹੀ ਉਹ ਜੀਵ ਪਾ ਸਕਦਾ। ਇਸ ਕਾਰਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਕੀਰਤੀ ਇਦੂ ਹਿਸਾਬ ਦੇ ਨਾਲ ਕਰਨੀ ਚਾਹੀਦੀ ਆ ਕਿ ਜਿੱਥੇ ਸੰਗਤ ਨੂੰ ਅਸੀਂ ਕੀਰਤਨ ਕਰਕੇ ਸੁਣਾ ਰਹੇ, ਉੱਥੇ ਅਸੀਂ ਆਪਣੇ ਮਨ ਨੂੰ ਵੀ ਸੁਣੀਏ। ਇਹ ਨਾ ਹੋਵੇ ਕਿ ਮਨ ਜਿਹੜੇ ਲਿਫਾਫੇ ਨੇ ਉਹਨਾਂ ਦੇ ਵਿੱਚ ਹੀ ਫਸਿਆ ਰਹੇ ਤੇ ਅਸੀਂ ਸਾਧ ਸੰਗਤ ਨੂੰ ਕੀਰਤਨ ਸੁਣਾ ਕੇ ਤੇ ਮਨ ਦੇ ਵਿੱਚ ਆਸ ਕਰੀਏ ਵੀ ਇਹ ਸੰਪੂਰਨ ਤੌਰ ਦੇ ਉੱਤੇ ਇਸ ਨਾਲ ਜੁੜ ਕੇ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਕਰ ਲੈਣਗੇ। ਵੀ ਜਿਹੜੀ ਕਿ ਗੱਲ ਬਿਲਕੁਲ ਸੱਚੀ ਆ। ਜਿਹੜੇ ਭੋਲੇ ਜੀਵ ਹੁੰਦੇ ਨੇ, ਜਿਹੜੇ ਆਮ ਜਿਹੜੇ ਲੋਕ ਨੇ, ਜਿਨ੍ਹਾਂ ਦੇ ਉੱਤੇ ਨਿਰੰਕਾਰ ਦੀ ਅਥਾਹ ਕਿਰਪਾ ਹੁੰਦੀ, ਉਹ ਪਛਾਣ ਲੈਂਦੇ ਨੇ। ਇਹ ਭੋਲੇ ਲੋਕ ਕੀਰਤੀ ਸੁਣ ਸੁਣ ਕੇ ਨਿਰੰਕਾਰ ਦੇ ਨਾਲ ਜੁੜ ਜਾਂਦੇ ਨੇ ਭਾਈ। ਪਰ ਕੀਰਤਨਿੰਗ ਕਰਨ ਵਾਲੇ ਸਿੰਘਾਂ ਨੂੰ ਤੇ ਸਿੰਘਣੀਆਂ ਨੂੰ ਵੀ ਇਦੂ ਚੀਜ਼ ਦਾ ਜ਼ਰੂਰ ਅਹਿਸਾਸ ਹੋਣਾ ਚਾਹੀਦਾ ਕਿ ਅਸੀਂ ਵੀ ਇਹਦੇ ਨਾਲ ਜੁੜ ਕੇ ਆਪਣਾ ਜੀਵਨ ਸੰਸਾਰ ਤੋਂ ਸਫਰ ਕਰਕੇ ਚਲੇ ਜਾਈਏ। ਕਿਤੇ ਮਾਇਆ ਦਾ ਹੀ ਸਾਡੇ ਅੰਦਰ ਜਿਹੜਾ ਹਲਚਲ ਪੈਂਦੀ ਰਹਿੰਦੀ ਹੈ, ਇਸੇ ਤਰ੍ਹਾਂ ਨਾ ਪਈ ਰਹੇ, ਇਹਨੂੰ ਅਸੀਂ ਰੋਕ ਠੋਕ ਲਾ ਦਈਏ। रहाओ हर के चरण हृदय उरतार, पव सागर चढ़ उतरै पार। हे भाई ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਹਰ ਕੇ ਚਰਨ ਹੈ, ਸਤਿਗੁਰ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਰੱਖ। ਜਿਹਦੀ ਕਿਰਪਾ ਨਾਲ ਔਰ ਜਿਹਦੀ ਕਿਰਪਾ ਦੇ ਨਾਲ ਉਸ ਨੂੰ ਜਹਾਜ਼ ਬਣਾ ਕੇ ਆਪ ਉੱਤੇ ਚੜ ਕੇ ਇਹ ਭਵ ਸਾਗਰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। साधु संग करो सब कोए, सदा कल्याण फिर दुख ना होए। ਬਖਸ਼ਿਆ ਹੋਇਆਂ ਦੀ ਸੰਗਤ ਦੇ ਵਿੱਚ ਬੈਠ ਕੇ ਵੀ ਉਹ ਪ੍ਰਮਾਤਮਾ ਨਿਰੰਕਾਰ ਦਾ ਗਿਆਨ ਹਾਸਲ ਕਰਨਾ ਚਾਹੀਦਾ ਸਾਨੂੰ। ਔਰ ਉਹ ਸਾਧ ਸੰਗਤ ਦੇ ਵਿੱਚ ਬੈਠ ਕੇ ਜਦੋਂ ਅਸੀਂ ਵਾਹਿਗੁਰੂ ਦੇ ਮੰਤਰ ਦਾ ਅਭਿਆਸ, ਨਾਮ ਦਾ ਅਭਿਆਸ, ਨਿਰੰਕਾਰ ਦੀ ਬਾਣੀ ਦਾ ਅਭਿਆਸ और सेवा करन दा अभ्यास तन मन नूं एकाग्र करके जदों आपां करांगे, निरंकार सच्चे पातशाह जी कहंदे ने उस जीव दी सदा इत्थे कल्याण हो जावे। कल्याण कहंदे ने निरंकार सदा उहदा सुखियां भरा जीवन बख्श देवेगा उस नूं। फिर उस नूं किसी तरह की भुख नहीं लगेगी,
ਫਿਰ ਦੁੱਖ ਨਾ ਹੋਏ, ਤੇ ਨਾ ਹੀ ਉਹਨੂੰ ਕੋਈ ਦੁੱਖ ਲੱਗੇਗਾ ਤੇ ਨਾ ਹੀ ਉਹਨੂੰ ਕੋਈ ਭੁੱਖ ਲੱਗੇਗੀ। ਪ੍ਰੇਮ ਭਗਤ ਭਜ ਗੁਣੀ ਨਿਧਾਨ, ਨਾਨਕ ਦਰਗਹਿ ਪਾਈਐ ਮਾਨ। ਪ੍ਰੇਮਾ ਭਗਤੀ ਕਰ, ਸਤਿਗੁਰੂ ਜੀ ਕਹਿੰਦੇ ਨੇ ਪ੍ਰੇਮਾ ਭਗਤੀ ਕਰ ਭਾਈ। ਪ੍ਰੇਮ ਵੀ ਐਸਾ ਜਿਹਦੇ ਵਿੱਚ ਤੂੰ ਮੈਂ ਨਾ ਹੋਵੇ, ਸਿਰਫ ਉਹ ਨਿਰੰਕਾਰ ਅਕਾਲ ਪੁਰਖ ਹੀ ਸਿਰਫ ਹੋਵੇ, ਤੂੰ ਨਾ ਹੋਵੇਂ ਉੱਥੇ। ਬਸ ਉਹ ਪ੍ਰੇਮਾ ਭਗਤੀ ਜਦੋਂ ਤੂੰ ਕਰੇਗਾ ਤੇ ਪਰਮੇਸ਼ਰ ਵੱਲੋਂ ਤੂੰ ਗੁਣਾਂ ਦੇ ਖਜ਼ਾਨੇ ਤੈਨੂੰ ਹਾਸਲ ਹੋ ਜਾਣਗੇ। ਨਾਨਕ ਦਰਗਾਹ ਪਾਈਏ ਮਾਨ, ਨਿਰੰਕਾਰ ਜੀ ਕਹਿੰਦੇ ਨੇ ਫਿਰ ਇਸ ਤਰ੍ਹਾਂ ਦਾ ਤੇਰਾ ਜੀਵਨ ਬਣ ਜਾਏਗਾ ਕਿ ਦਰਗਾਹ ਦੇ ਵਿੱਚ ਵੀ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਜੀ ਤੈਨੂੰ ਮਾਣ ਤੇ ਵਡਿਆਈਆਂ ਦੇਣਗੇ। ਗੌੜੀ ਮਹਲਾ ਪੰਜਵਾਂ। ਜਲ ਥਲ ਮਈਲ ਪੂਰਨ ਹਰਮੀਤ, ਪ੍ਰਮ ਬਿਨ ਸੇ ਗਾਏ ਗੁਣ ਨੀਤ। ਮੇਰਾ ਨਿਰੰਕਾਰ ਵਾਹਿਗੁਰੂ ਮੇਰਾ ਮਿੱਤਰ ਹਰ ਜਗ੍ਹਾ ਦੇ ਉੱਤੇ ਸੰਪੂਰਨ ਤੌਰ ਦੇ ਉੱਤੇ ਸਰਵ ਵਿਆਪਕ ਹੈ। ਜਲ ਦੇ ਵਿੱਚ ਵੀ, ਸਮੁੰਦਰ, ਥਲ ਦੇ ਵਿੱਚ ਵੀ, ਧਰਤੀ, ਮਹੀਲ, ਆਕਾਸ਼ ਦੇ ਵਿੱਚ। ਪ੍ਰਮ ਬਿਨ ਸੇ ਗਾਏ ਗੁਣ ਨੀਤ। ਔਰ ਸਾਰੇ ਤਰ੍ਹਾਂ ਦੇ ਪਾਪ ਤੇ ਵਿਕਾਰ ਤੇ ਭਰਮ ਉਸ ਜੀਵ ਦੇ ਦੂਰ ਹੋ ਜਾਂਦੇ ਨੇ ਜਿਹੜੇ ਪ੍ਰੇਮਾ ਭਗਤੀ ਦੇ ਵਿੱਚ ਆਪਣੇ ਆਪ ਨੂੰ ਰੰਗ ਲੈਂਦੇ ਨੇ। ਹਰ ਰੋਜ਼ ਸਤਿਗੁਰ ਸੱਚੇ ਪਾਤਸ਼ਾਹ ਦੀ ਵਡਿਆਈ ਦੇ ਗੀਤ ਗਾਉਂਦੇ ਹਨ। ਉਠਤ ਸੋਬਤ ਹਰ ਸੰਗ ਪਹਿਰੂਆ, ਜਾ ਕੈ ਸਿਮਰਨ ਜਮ ਨਹੀਂ ਡਰੂਆ। ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਨਿਰੰਕਾਰ ਸੱਚੇ ਪਾਤਸ਼ਾਹ ਦੀ ਵਡਿਆਈ ਦੇ ਵਿੱਚ ਜਿਹੜੇ ਜੁੜ ਜਾਂਦੇ ਨੇ, ਆਪਣੇ ਆਪ ਨੂੰ ਮਿਟਾ ਕੇ ਨਿਰੰਕਾਰ ਨੂੰ ਹਰ ਜਗ੍ਹਾ ਦੇ ਉੱਤੇ ਦੇਖਦੇ ਨੇ। ਉਹ ਕਹਿੰਦੇ ਨੇ ਉਹਦੇ ਸਿਮਰਨ ਕਰਨ ਦੇ ਨਾਲ, ਪੂਰਨ ਪ੍ਰਮਾਤਮਾ ਦੇ ਸਿਮਰਨ ਕਰਨ ਦੇ ਨਾਲ ਜਮਾਂ ਦਾ ਡਰ ਵੀ ਦੂਰ ਹੋ ਜਾਂਦਾ। ਜਮ ਵੀ ਆਣ ਕੇ ਸਤਾ ਨਹੀਂ ਜੀਵ ਨੂੰ ਸਕਦੇ। ਰਹਾਉ ਚਰਨ ਕਮਲ ਪ੍ਰਭ ਹਿਰਦੈ ਨਿਵਾਸ, ਸਗਲ ਦੁਖ ਕਾ ਹੋਇਆ ਨਾਸ। ਜਦੋਂ ਦਾ ਮੇਰੇ ਹਿਰਦੇ ਦੇ ਵਿੱਚ ਨਿਰੰਕਾਰ ਦਾ ਸ਼ਬਦ ਪ੍ਰਗਟ ਹੋ ਗਿਆ, ਉਹਦੇ ਚਰਨ ਵੜ ਕੇ ਮੈਂ ਉਸ ਨੂੰ ਹਿਰਦੇ ਦੇ ਵਿੱਚ ਟਿਕਾ ਲਿਆ ਆਪਣੇ ਦੇ ਵਿੱਚ। ਉਸ ਨੂੰ ਜਦੋਂ ਟਿਕਾ ਲਿਆ ਤੇ ਮੇਰਾ ਮਨ ਵੀ ਟਿਕਾ ਦੇ ਵਿੱਚ ਆ ਗਿਆ, ਮੈਨੂੰ ਆਨੰਦ ਪ੍ਰਾਪਤ ਹੋ ਗਿਆ। ਉਸ ਸ਼ਬਦ ਦੀ ਕਿਰਪਾ ਨਾਲ ਜਿਹੜੇ ਮੇਰੇ ਅੰਦਰ ਭਰਮ ਸਨ, ਅਨੇਕਾਂ ਤਰ੍ਹਾਂ ਦੇ ਦੁੱਖ ਦੇਣ ਵਾਲੇ ਜਿਹੜੇ ਤੱਤ ਸਨ, ਸਾਰਿਆਂ ਦਾ ਨਾਸ ਹੋ ਗਿਆ। ਆਸਾ ਮਾਣ ਤਾਣ ਤਨ ਏਕ, ਸਾਚੇ ਸਾਹ ਕੀ ਮਨ ਮਹਿ ਟੇਕ। ਮੇਰੇ ਮਨ ਦੇ ਵਿੱਚ ਹੁਣ ਆਸ, ਜਿਹੜੀ ਕਿ ਇੱਕ ਆਸ ਲੱਗ ਗਈ। ਕਹਿੰਦੇ ਉਹ ਆਸ ਕਿਹੜੀ? ਪ੍ਰਮਾਤਮਾ ਨੂੰ ਮਿਲਣ ਦੀ। ਮਾਣ ਵੀ, ਆਸਾ ਬਾਣ, ਆਸਾ ਵੀ, ਮਾਣ ਵੀ, ਤਾਣ ਵੀ, ਤੇ ਜਿਹੜਾ ਧਨ ਹੈ ਉਹ ਏਕ ਅਕਾਲ ਪੁਰਖ ਨਿਰੰਕਾਰ ਨੂੰ ਮਿਲਣ ਦਾ ਲੱਗ ਗਿਆ। ਮਨ ਦੇ ਵਿੱਚ ਉਸ ਦੀ ਟੇਕ ਰੱਖ ਲਈ, ਉਸ ਦੀ ਅਸੀਂ ਓਟ ਲੈ ਲਈ। ਸਾਚੇ ਸਾਹਿਬ ਕੀ ਮਨ ਮੈਂ ਟੇਕ। ਕਹਿੰਦੇ ਇਹ ਸਭ ਕੁਝ ਉਹ ਨਿਰੰਕਾਰ ਵਾਹਿਗੁਰੂ ਦਾ ਹੈ ਤੇ ਮੈਂ ਉਹ ਸੱਚੇ ਸਾਹਿਬ ਨੂੰ ਮਿਲਣ ਦੀ ਅੰਦਰ ਟੇਕ ਟਕਾ ਰਹੀ ਹੈ। ਮਹਾ ਗਰੀਬ ਜਨ ਸਾਧ ਅਨਾਥ, ਨਾਨਕ ਪ੍ਰਭ ਰਾਖੇ ਦੇ ਹਾਥ। ਵਾਹਿਗੁਰੂ ਜੀ ਕਹਿੰਦੇ ਨੇ ਵੀ ਜੋ ਸੰਤ ਮਹਾਪੁਰਸ਼ ਹੁੰਦੇ ਨੇ ਬੜੇ ਗਰੀਬ ਹੁੰਦੇ ਨੇ ਤੇ ਬੜੇ ਇਦੂ ਰੂਪ ਦੇ ਵਿੱਚ ਹੁੰਦੇ ਨੇ। ਹੁਣ ਇੱਥੇ ਜਿੱਥੇ ਸੰਤ ਮਹਾਪੁਰਸ਼ਾਂ ਦੀ ਆਪਾਂ ਗੱਲ ਕਰਦੇ ਹਾਂ, ਸਾਧ ਦੀ ਗੱਲ ਕਰਦੇ ਹਾਂ, ਉੱਥੇ ਆਪਾਂ ਨੂੰ ਆਪਣੇ ਆਪ ਨੂੰ ਵੀ ਨਿਗਾਹ ਮਾਰਨੀ ਪੈਣੀ ਆ। ਆਪਾਂ ਵੀ ਹੁਣ ਜੇ ਦੇਖਿਆ ਜਾਵੇ ਨਾਮ ਧਨ ਤੋਂ ਗਰੀਬ ਹੀ ਆ ਤੇ ਆਪਾਂ ਅਨਾਥ ਆ। ਆਪਾਂ ਅਜੇ ਤੱਕ ਸਤਿਗੁਰ ਸੱਚੇ ਪਾਤਸ਼ਾਹ ਦੇ ਰਹਿਤ ਮਰਜ਼ਾਦਾ ਦੇ ਵਿੱਚ ਨਹੀਂ ਆਏ। ਅਜੇ ਨਿਰੰਕਾਰ ਸੱਚੇ ਪਾਤਸ਼ਾਹ ਦਾ ਬਹੁਤ ਇੱਥੇ ਮੈਜੋਰਿਟੀ ਦੇ ਵਿੱਚ ਇਹਨਾਂ ਹੈ ਜਿਨ੍ਹਾਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਪਿਤਾ ਨਹੀਂ ਆਪਣਾ ਬਣਾਇਆ ਤੇ ਮਾਤਾ ਸਾਹਿਬ ਦੇਵਾਂ ਨੂੰ ਗੁਰੂ ਨਿਰੰਕਾਰ ਨੂੰ ਪਿਤਾ ਨਹੀਂ ਬਣਾਇਆ ਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਮਾਤਾ ਨਹੀਂ ਬਣਾਇਆ ਆਪਣੇ। ਇਸ ਕਾਰਨ ਕਰਕੇ ਕਹਿੰਦੇ ਵੀ ਜਿਹੜਾ ਇਹ ਸਾਡੇ ਉੱਤੇ ਜਿਹੜੀ ਸਾਡੇ ਉੱਤੇ ਇਹ ਕਿਰਪਾ ਜਿਹੜੀ ਹੈ ਜਾਂ ਕਿ ਇਸ ਕਰਕੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਨੂੰ ਕਿਰਪਾ ਕਰਦੇ ਨੇ। ਇੱਕ ਵਾਰ ਫਿਰ ਪੜਿਓ। ਮਹਾ ਗਰੀਬ ਜਨ ਸਾਧ ਅਨਾਥ, ਨਾਨਕ ਪ੍ਰਭ ਰਾਖੇ ਦੇ ਹਾਥ। ਕਹਿੰਦੇ ਵੀ ਇਸੇ ਤਰ੍ਹਾਂ ਹੈ ਕਿ ਅਸੀਂ ਮਹਾ ਗਰੀਬ ਹਾਂ ਉਹਨਾਂ ਚੱਕਰ ਤੇ ਅਨਾਥ ਹਾਂ। ਜੇ ਅਸੀਂ ਅਨਾਥ ਹਾਂ ਤੇ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਨਾ, ਵੀ ਕਿ ਅਸੀਂ ਅਨਾਥ ਤੋਂ ਮਾਂ ਬਾਪ ਵਾਲੇ ਬਣ ਜਾਈਏ ਕਿ ਸਾਨੂੰ ਲੋਕ ਅਨਾਥ ਨਾ ਆਖਣ। ਕਿਤੇ ਦਰਗਾਹ ਦੇ ਵਿੱਚ ਜਾ ਕੇ ਵੀ ਸਾਨੂੰ ਇਸੇ ਤਰ੍ਹਾਂ ਨਾ ਹੋਵੇ ਭਾਈ ਤੂੰ ਤਾਂ ਗੁਰੂ ਵਾਲਾ ਬਣਿਆ ਹੀ ਨਹੀਂ, ਇਸ ਕਰਕੇ ਤੇਰੇ ਵਾਸਤੇ ਇੱਥੇ ਜਗ੍ਹਾ ਹੀ ਕੋਈ ਨਹੀਂ ਹੈ। ਤੇ ਉਹ ਇਸ ਕਰਕੇ ਗੁਰੂ ਜੀ ਕਹਿੰਦੇ ਨੇ ਵੀ ਨਾਨਕ ਪ੍ਰਭ ਰਾਖੇ ਦੇ ਹਾਥ,
ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਉੱਤੇ ਕਿਰਪਾ ਕਰਦੇ ਨੇ, ਹੱਥ ਦੇ ਕੇ ਉਹਨਾਂ ਨੂੰ ਹਰ ਜਗ੍ਹਾ ਦੇ ਉੱਤੇ ਰੱਖ ਲੈਂਦੇ ਨੇ। ਸੋ ਆਪਾਂ ਆਪਣੇ ਜੀਵਨ ਕਾਲ ਦੇ ਵਿੱਚ ਇਸ ਮਨ ਨੂੰ ਬਣਾਈਏ, ਨਿਰੰਕਾਰ ਸੱਚੇ ਪਾਤਸ਼ਾਹ ਦੇ ਹੋ ਜਾਈਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਦੀ ਵੀ ਸਾਨੂੰ ਕਿਸੇ ਤਰ੍ਹਾਂ ਦਾ ਦੁੱਖ ਸੰਤਾਪ ਤੇ ਅਸੀਂ ਅਨਾਥ ਨਹੀਂ ਕਹਾਵਾਂਗੇ। ਗੌੜੀ ਮਹੱਲਾ ਪੰਜਵਾਂ। ਹਰ ਹਰ ਨਾਮ ਮਜਨ ਕਰ ਸੂਚੇ, ਕੋਟ ਗ੍ਰਹਿਣ ਪੁੰਨ ਫਲ ਮੂਚੇ। ਜਦੋਂ ਜਿੱਦਾਂ ਅਸੀਂ ਉਹ ਵਾਹਿਗੁਰੂ ਦਾ ਨਾਮ ਜਪੀ ਜਾਂਦੇ ਆ, ਸਾਡੇ ਅੰਦਰ ਮੱਜਨ ਕਹਿੰਦੇ ਨੇ, ਅਸੀਂ ਜਿਹੜੇ ਸਾਡੇ ਪਾਪ ਨੇ ਜਨਮਾਂ ਜਨਮੰਤਰਾਂ ਦੇ, ਔਰ ਇਸ ਮਨ ਨੂੰ ਜਿਹੜੀ ਬੇਅੰਤ ਕਾਲਕ ਲੱਗੀ ਹੋਈ ਹੈ, ਉਹ ਸਾਰੀ ਧੋਤੀ ਜਾ ਰਹੀ। ਅਸੀਂ ਸੁੱਚੇ ਬਣਨ ਲੱਗ ਪੈਂਦੇ ਹਾਂ, ਨਿਰਮਲ ਬਣਨ ਲੱਗ ਪੈਂਦੇ ਹਾਂ। ਕਹਿੰਦੇ ਕੋਟ ਗ੍ਰਹਿਣ ਪੁੰਨ ਫਲ ਮੂਚੇ। ਹੁਣ ਕੋਟ ਗ੍ਰਹਿਣ ਕਹਿੰਦੇ ਨੇ ਜਦੋਂ ਸੂਰਜ ਨੂੰ ਗ੍ਰਹਿਣ ਲੱਗਦਾ, ਚੰਦਰਮਾ ਨੂੰ ਗ੍ਰਹਿਣ ਲੱਗਦਾ। ਔਰ ਇਸ ਸਨਾਤਨ ਧਰਮ ਦੇ ਵਿੱਚ ਇਸ ਦਿਨ ਨੂੰ ਕੁਝ ਲੋਕ ਨੇ ਬਹੁਤ ਭਾਗਾਂ ਵਾਲਾ ਕਹਿੰਦੇ ਨੇ, ਕੋਈ ਇਸ ਨੂੰ ਮਾੜਾ ਵੀ ਕਹਿੰਦੇ ਨੇ। ਪਰ ਜਦੋਂ ਗ੍ਰਹਿਣ ਲੱਗਦਾ ਨਾ, ਉਸ ਵੇਲੇ ਦਾਨ ਪੁੰਨ ਬੜਾ ਜੀਵ ਕਰਦੇ ਨੇ। ਕਹਿੰਦੇ ਵੀ ਕੋਟ ਗ੍ਰਹਿਣ ਦਾ ਫਲ ਤੈਨੂੰ ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚੋਂ ਹੀ ਪਹੁੰਚ ਜਾਵੇਗਾ, ਪ੍ਰਾਪਤ ਹੋ ਜਾਵੇਗਾ। ਰਹਾਉ ਹਰ ਕੀ ਚਰਨ ਹਿਰਦੈ ਮਾਇ ਬਸੇ, ਜਨਮ ਜਨਮ ਕੇ ਕਿਲ ਵਿਖ ਨਸੇ। ਜਦੋਂ ਤੈਨੂੰ ਅਨੇਕਾਂ ਗ੍ਰਹਿਣਾਂ ਦਾ ਫਲ ਪ੍ਰਾਪਤ ਹੋ ਗਿਆ, ਮਾਰੇ ਕਹਿੰਦੇ ਨੇ ਪ੍ਰਾਪਤ ਹੁੰਦਾ ਹੈ ਨਾ, ਪ੍ਰਾਪਤ ਹੋ ਗਿਆ, ਫਿਰ ਕੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤੇਰੇ ਉੱਤੇ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਕਿਰਪਾ ਕਰ ਦੇਣਗੇ। ਹਰ ਕੇ ਚਰਨ ਹਿਰਦੇ ਮੈਂ ਬਸੇ, ਉਸ ਅਕਾਲ ਪੁਰਖ ਦਾ ਨਾਮ ਤੇਰੇ ਹਿਰਦੇ ਦੇ ਵਿੱਚ ਆਪ ਹੀ ਆਣ ਕੇ ਟਿਕ ਜਾਵੇਗਾ। ਜਨਮ ਜਨਮ ਕੇ ਕਿਲਵਕ ਨਸੇ, ਤੇ ਤੇਰੇ ਜਨਮ ਜਨਮੰਤਰਾਂ ਦੇ ਸਾਰੇ ਜਿਹੜੇ ਪਾਪ ਨੇ ਉਹ ਨਸ ਗਏ ਨੇ, ਨਸ ਖਤਮ ਹੋ ਗਏ ਨੇ। ਸਾਧ ਸੰਗ ਕੀਰਤਨ ਫਲ ਪਾਇਆ, ਜਮ ਕਾ ਮਾਰਗ ਦ੍ਰਿਸ਼ਟ ਨਾ ਆਇਆ। ਸਾਧ ਸੰਗਤ ਦੇ ਵਿੱਚ ਬੈਠ ਕੇ ਅਸੀਂ ਉਹ ਪਰਮਾਤਮਾ ਦਾ ਵਾਹਿਗੁਰੂ ਦਾ ਕੀਰਤਨ ਸੁਣਿਆ, ਕੀਰਤਨ ਫਲ ਪਾਇਆ। ਜਦੋਂ ਅਸੀਂ ਕੀਰਤਨ ਸੁਣਦੇ ਹਾਂ, ਜਿਹਦੇ ਨਾਲ ਸਾਡਾ ਮਨ ਲੱਗ ਜਾਂਦਾ ਹੈ, ਉਸ ਨਿਰੰਕਾਰ ਦੀ ਉਸਤਤ ਕਰਨ ਨੂੰ ਮੱਲੋ ਮੱਲੀ ਮਨ ਉਛਲਣ ਲੱਗ ਪੈਂਦਾ ਹੈ। ਜਮ ਕਾ ਮਾਰਗ ਦ੍ਰਿਸ਼ਟ ਨਾ ਆਇਆ, ਕਹਿੰਦੇ ਜਿਸ ਵੇਲੇ ਇਸ ਤਰ੍ਹਾਂ ਤੇਰੇ ਉੱਤੇ ਕਿਰਪਾ ਕਰਤੀ ਨਿਰੰਕਾਰ ਨੇ, ਇਹ ਜਿਹੜਾ ਜਮਾਂ ਦਾ ਮਾਰਗ ਹੈ ਜਾਂ ਹੋਰ ਜਿਹੜੇ ਮਾਇਆ ਦੇ ਤੱਤ ਨੇ, ਉਹਨਾਂ ਦਾ ਜਿਹੜਾ ਮਾਰਗ ਹੈ ਉਹ ਫਿਰ ਦ੍ਰਿਸ਼ਟ ਨਹੀਂ ਆਉਂਦਾ, ਉਹ ਦੇਖਣ ਦੇ ਵਿੱਚ ਆਉਂਦਾ ਹੀ ਨਹੀਂ, ਕਿਉਂਕਿ ਗੁਰੂ ਜੀ ਉਹਨਾਂ ਨੂੰ ਪਰੇ ਹੀ ਰੱਖਦੇ ਨੇ। ਮਨ ਬਚ ਕਰਮ ਗੋਬਿੰਦ ਆਧਾਰ, ਤਾਂ ਤੇ ਛੁਟਿਓ ਬਿਖ ਸੰਸਾਰ। ਜਿਨ੍ਹਾਂ ਦੇ ਅੰਦਰ ਮਨ ਦੇ ਵਿੱਚ ਉਹ ਅਕਾਲ ਪੁਰਖ ਦੀ ਬਾਣੀ ਨੇ ਘਰ ਕਰ ਲਿਆ, ਬਾਣੀ ਦਾ ਪ੍ਰਕਾਸ਼ ਆ ਹਿਰਦੇ ਦੇ ਉੱਤੇ ਹੋ ਗਿਆ, ਜਿਨ੍ਹਾਂ ਨੇ ਬਾਣੀ ਦਾ ਆਸਰਾ ਬਾਣੀ ਨੂੰ ਆਪਣਾ ਆਸਰਾ ਬਣਾ ਲਿਆ ਤੇ ਸਹਾਰਾ ਲੈਣ ਲੱਗ ਪਏ, ਤਾਂ ਤੇ ਛੁਟਿਓ ਬਿਖ ਸੰਸਾਰ। ਉਸ ਦੇ ਕੋਲੋਂ ਜ਼ਹਿਰ ਰੂਪੀ ਸਾਰੇ ਤੱਤ ਭੱਜ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਉਹ ਇਦੋਂ ਸੰਸਾਰ ਦੇ ਵਿੱਚ ਰਹਿੰਦਾ ਹੋਏ ਵੀ ਇਹਨਾਂ ਤੱਤਾਂ ਤੋਂ ਛੁੱਟ ਜਾਂਦਾ ਹੈ। ਕਰ ਕਿਰਪਾ ਪ੍ਰਭ ਕੀਨੋ ਆਪਣਾ, ਨਾਨਕ ਜਾਪ ਜਪੇ ਹਰ ਜਪਨਾ। ਇਹ ਵਾਹਿਗੁਰੂ ਕਿਰਪਾ ਕਰ ਮੇਰੇ ਉੱਤੇ ਨਿਰੰਕਾਰ ਜੀ, ਮੈਨੂੰ ਆਪਣਾ ਜੀਵ ਬਣਾ ਲਓ, ਆਪਣਾ ਜਨ ਬਣਾ ਲਓ, ਆਪਣਾ ਦਾਸ ਬਣਾ ਲਓ। ਸਤਿਗੁਰ ਸੱਚੇ ਪਾਤਸ਼ਾਹ ਜੀ, ਨਾਨਕ ਜਾਪ ਜਪੇ ਹਰ ਜਪਨਾ, ਮੇਰੇ ਉੱਤੇ ਕਿਰਪਾ ਕਰੋ। ਸਤਿਗੁਰ ਜੀ, ਮੈਨੂੰ ਆਪ ਜਾਪ ਦੇਵੋ, ਜਪਣ ਦੀ ਵਿਧੀ ਸਿਖਾਵੋ, ਤੇ ਮੇਰੇ ਕੋਲੋਂ ਆਪ ਹੀ ਅੰਗ ਸਿਖਾਈ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਪਾਣਾ ਕਰੋ। ਗੌੜੀ ਮਹੱਲਾ ਪੰਜਵਾਂ। ਪਉ ਸਰਨਾਈ ਜਿਨ ਹਰ ਜਾਤੇ, ਮਨ ਤਨ ਸੀਤਲ ਚਰਨ ਹਰ ਰਾਤੇ। ਜਿਨ੍ਹਾਂ ਨੇ ਪਤੀ ਪ੍ਰਮਾਤਮਾ ਨਿਰੰਕਾਰ ਵਾਹਿਗੁਰੂ ਨੂੰ ਪਛਾਣ ਲਿਆ, ਉਹ ਜਾ ਕੇ ਸਤਿਗੁਰ ਦੀ ਸ਼ਰਨ ਦੇ ਵਿੱਚ ਪੈਣਾ ਕਰਦੇ ਨੇ, ਤੇ ਮਨ ਤਨ ਸੀਤਲ ਚਰਨ ਹਰ ਰਾਤੇ। ਮਨ ਵੀ ਟਿਕਾ ਦੇ ਵਿੱਚ ਆ ਗਿਆ ਤੇ ਤਨ ਵੀ ਸੀਤਲ ਹੋ ਗਿਆ, ਆਨੰਦ ਦੇ ਵਿੱਚ ਖੇੜੇ ਦੇ ਵਿੱਚ ਆ ਗਿਆ। ਕਦੋਂ? ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨ ਉਹ ਨਾਮ ਹਿਰਦੇ ਦੇ ਵਿੱਚ ਟਿਕ ਗਿਆ। ਤੇ ਉਹ ਨਾਮ ਜਿਹੜਾ ਐਸਾ ਅਸੀਂ ਵਾਹਿਗੁਰੂ ਜੀ ਜਪਾਉਂਦੇ ਨੇ ਆਪਣੇ ਪਿਆਰੇ ਤੋਂ, ਤੇ ਉਹਦੇ ਨਾਮ ਦੇ ਆਸਰੇ ਨਾਲ ਉਹ ਪ੍ਰਮਾਤਮਾ ਨੂੰ ਹੀ ਮਿਲ ਜਾਂਦੇ ਨੇ। ਪੈ ਪੰਜਨ ਪ੍ਰਭ ਮਨ ਨਾ ਬਸਾਹੀ, ਡਰਪਤ ਜਨਮ ਬਹੁਤ ਜਾਹੀ। ਜੋ ਪੁਰਸ਼ ਡਰ ਤੇ ਭੰਜਨ, ਜਿਹੜਾ ਇਹ ਭੰਜਨ ਪੈ ਭੰਜਨ ਹੁੰਦਾ ਹੈ ਡਰ, ਜਿਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਜਿਸ ਜੀਵ ਨੇ ਮਨ ਦੇ ਵਿੱਚ ਨਹੀਂ ਵਸਾਇਆ, ਪੈ ਭੰਜਨ ਕੌਣ ਕਰਦਾ? ਪ੍ਰਮਾਤਮਾ ਹੈ, ਉਹ ਪਾਰ ਬ੍ਰਹਮ ਹੈ ਜਿਹੜਾ ਸਾਰੇ ਡਰਾਂ ਨੂੰ ਨਾਸ਼ ਕਰਦਾ ਹੈ। ਭਾਈ
ਜਿੰਨਾ ਜਦੋਂ ਅਸੀਂ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਉਂਦੇ, ਜਿੰਨਾ ਚਿਕਰ ਉਹਨਾਂ ਚਿਕਰ ਡਰਪਤ ਜਨਮ ਬਹੁਤ ਜਾਈ। ਕਹਿੰਦੇ ਡਰਦਿਆਂ ਤੋਂ ਅਨੇਕਾਂ ਜਨਮ ਅਸੀਂ ਇਸ ਸੰਸਾਰ ਤੇ ਆਏ ਤੇ ਉਸ ਸੰਸਾਰ ਦੇ ਉੱਤੇ ਜਨਮ ਭੋਗ ਕੇ ਇਥੋਂ ਚਲੇ ਗਏ। ਰਹਾਉ ਜਾ ਕੇ ਹਿਰਦੇ ਵਸਿਓ ਹਰ ਨਾਮ, ਸਗਲ ਮਨੋਰਥ ਤਾਂ ਕੇ ਪੂਰਨ ਕਾਮ। ਜਿਹਦੇ ਹਿਰਦੇ ਦੇ ਵਿੱਚ ਗੁਰੂ ਜੀ ਕਿਰਪਾ ਕਰਕੇ ਨਾਮ ਦਾ ਵਾਸਾ ਕਰ ਦਿੰਦੇ ਹਨ ਭਾਈ, ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ, ਸਾਰੇ ਕੰਮ ਵੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਰਾਸ ਕਰ ਦਿੰਦੇ ਹਨ। ਜਨਮ ਜਰਾ ਮਿਰਤ ਜਿਸ ਵਾਸ, ਸੋ ਸਮਰੱਥ ਸਿਮਰ ਸਾਸ ਗਿਰਾਸ। ਇਹ ਸੰਸਾਰ ਦੇ ਜੀਵੋ ਜਨਮ ਜਰਾ, ਜਨਮ ਤੇ ਮੌਤ ਜਿਹਦੇ ਹੱਥ ਦੇ ਵਿੱਚ ਹੈ, ਉਸ ਸਮਰੱਥ ਗੁਰੂ ਨੂੰ ਸਿਮਰੋ, ਉਹਦਾ ਸ਼ੁਕਰਾਨਾ ਕਰੋ, ਉਹਦੀ ਬੰਦਗੀ ਕਰੋ, ਉਹਦੀ ਭਗਤੀ ਕਰੋ ਤੇ ਸਿਮਰੋ ਕਿਦਾਂ? ਸਾਸ ਗਰਾਸ, ਉਸ ਦਾ ਸਿਮਰਨ ਕਰੋ। ਮੀਤ ਸਾਜਨ ਸਖਾ ਪ੍ਰਭ ਏਕ, ਨਾਮ ਸੁਆਮੀ ਕਾ ਨਾਨਕ ਟੇਕ। ਮੀਤ ਸਾਜਨ ਸਖਾ ਪ੍ਰਭ ਏਕ, ਮੇਰਾ ਮਿੱਤਰ ਉਸ ਨੂੰ ਬਣਾਓ। ਕਹਿੰਦੇ ਉਸ ਨੂੰ ਮਿੱਤਰ ਜਾਣੋ ਜਿਹੜਾ ਤੁਹਾਡਾ ਲੋਕ ਪਰਲੋਕ ਦਾ ਸਹਾਇਕ ਹੈ। ਇਦੋਂ ਲੋਕ ਦੇ ਵਿੱਚ, ਜਦੋਂ ਲੋਕ ਦੇ ਵਿੱਚ ਜਿੱਥੇ ਆਪਾਂ ਸੰਸਾਰ 'ਚ ਰਹਿ ਰਹੇ ਹਾਂ, ਤੇ ਉਹਨੂੰ ਮਿੱਤਰ ਬਣਾਓ। ਸੱਜਣ ਪਰਲੋਕ ਦਾ ਬਣਾਵੋ, ਉਹਨੂੰ ਸਖਾ ਪੁਰਾਣਾ ਦਾ ਬਣਾਵੋ, ਜਿਹੜਾ ਪੁਰਾਣਾ ਦਾ ਰਖਵਾਲਾ ਹੈ। ਵਿਜੋਗ ਕਾਲ ਦਾ ਵੀ ਉਹ ਇੱਕ ਪ੍ਰਭੂ ਹੀ ਆ, ਕਾਲ ਦਾ ਵੀ ਦਾਤਾ, ਉਹ ਕਾਲ ਲਾਗੇ ਨਹੀਂ ਆਉਣ ਦਿੰਦਾ ਆਪਣੇ ਪਿਆਰਿਆਂ ਦੇ। ਨਾਮ ਸੁਆਮੀ ਕਾ ਨਾਨਕ ਟੇਕ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸੁਆਮੀ ਜਿਹੜਾ ਸੰਸਾਰ ਦਾ ਪ੍ਰਤਪਾਲਕ ਹੈ, ਉਸ ਦੇ ਨਾਮ ਦੀ ਸਦਾ ਹੀ ਟੇਕ, ਉਸ ਦੇ ਨਾਮ ਦਾ ਸਦਾ ਹੀ ਓਟ ਆਸਰਾ ਤੱਕ। ਗੌੜੀ ਮਹਲਾ ਪੰਜਵਾਂ, ਬਾਹਰ ਰਾਖਿਓ ਹਿਰਦੈ ਸਮਾਲ, ਕਰ ਆਏ ਗੋਵਿੰਦ ਲੈ ਨਾਲ। ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਇਦੂ ਰੂਪ ਦੇ ਵਿੱਚ ਦੇਖਿਆ ਕਿ ਬਾਹਰ ਰਾਖਿਓ ਹਿਰਦੇ ਸਮਾਲ। ਹੁਣ ਬਾਹਰ ਰਾਖਿਓ, ਬਾਹਰ ਦਾ ਹੈ ਜਿਹੜਾ ਸਾਡਾ ਸਰਗੁਣ ਸਰੂਪ ਹੈ। ਸਰਗੁਣ ਸਰੂਪ ਦੇ ਵਿੱਚ ਅਸੀਂ ਉਸ ਵਾਹਿਗੁਰੂ ਨੂੰ ਹਰ ਵਸਤੂ 'ਚ ਦੇਖਿਆ। ਹਿਰਦੇ ਸਮਾਲ, ਹਿਰਦੇ ਦੇ ਵਿੱਚ ਇਹ ਭਰੋਸਾ ਬਣ ਗਿਆ, ਸਾਡੇ ਆਤਮਾ ਦੇ ਵਿੱਚ ਇਹ ਭਰੋਸਾ ਬਣ ਗਿਆ, ਸਾਡੇ ਮਨ ਨੂੰ ਟਿਕਾ ਕੇ ਉਹਨੂੰ ਭਰੋਸਾ ਬਣ ਗਿਆ। ਸਾਡੀ ਮਤ ਬੁੱਧ ਉੱਚੀ ਸੁੱਚੀ ਹੋ ਗਈ ਕਿ ਜਿਹੜੀ ਕੁਦਰਤ ਹੈ ਸਤਿਗੁਰ ਕਾਦਰ ਦੀ, ਉਹਦੇ ਵਿੱਚ ਅਸੀਂ ਉਸ ਵਾਹਿਗੁਰੂ ਨੂੰ ਹਰ ਜਗ੍ਹਾ ਦੇ ਉੱਤੇ ਪਛਾਣਿਆ, ਹਰ ਜਗ੍ਹਾ ਦੇ ਉੱਤੇ ਉਸ ਨੂੰ ਅਸੀਂ ਦੇਖਿਆ। ਕਰ ਆਏ ਗੋਬਿੰਦ ਲੈ ਨਾਲ। ਕਹਿੰਦੇ ਸਾਡੇ ਅੰਦਰ ਨਿਰੰਕਾਰ ਸੱਚੇ ਪਾਤਸ਼ਾਹ ਦਾ ਜਦੋਂ ਨਾਮ ਵਸ ਗਿਆ, ਅਸੀਂ ਉਹਨੂੰ ਹਿਰਦੇ ਦੇ ਵਿੱਚ ਵੀ ਬਾਹਰੋਂ ਦੇਖਿਆ ਤੇ ਅੰਦਰ ਹਿਰਦੇ ਦੇ ਵਿੱਚ ਉਸ ਨੂੰ ਪਹਿਚਾਨ ਲਿਆ। ਹਰ ਹਰ ਨਾਮ ਸੰਤਨ ਕੈ ਸੰਗ, ਮਨ ਤਨ ਰਾਤਾ ਰਾਮ ਕੈ ਰੰਗ। ਉਹ ਪ੍ਰਮਾਤਮਾ ਦਾ ਨਾਮ ਆਪਣੇ ਸੰਤਾਂ ਦੇ ਅੰਗ ਸੰਗ ਸਦਾ ਰਹਿੰਦਾ ਹੈ, ਸੰਤਾਂ ਦੀ ਸਦਾ ਸਹਾਇਤਾ ਕਰਦਾ ਹੈ। ਕਿ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਆਪਣੇ ਪਿਆਰਿਆਂ ਦੀ ਸਦਾ ਸਹਾਇਤਾ ਕਰਦਾ, ਕਿਸੇ ਤਰ੍ਹਾਂ ਦਾ ਦੁੱਖ ਸੋਗ ਸੰਤਾਪ ਲਾਗੇ ਨਹੀਂ ਆਉਣ ਦਿੰਦਾ ਜਿੰਨਾ ਚਿਰ ਇਹ ਸੰਸਾਰ ਦੇ ਉੱਤੇ ਉਹ ਨਾਮ ਦੇ ਨਾਲ ਜੀਵ ਜੁੜੇ ਰਹਿੰਦੇ ਹੁੰਦੇ ਨੇ। ਮਨ ਤਨ ਰਾਤਾ ਰਾਮ ਕੇ ਰੰਗ, ਜਿਨ੍ਹਾਂ ਨੇ ਮਨ ਤੇ ਤਨ ਨੂੰ ਪ੍ਰੀਤਮ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗ ਲਿਆ। ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ, ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਤੋਂ ਗਿਆਨ ਲੈ ਕੇ ਉਹ ਜੀਵ ਇਸ ਭਵ ਸਾਗਰ ਨੂੰ ਤਰ ਗਿਆ, ਸੰਸਾਰ ਨੂੰ ਤਰਨਾ ਕੀਤਾ ਉਸਨੇ। ਜਨਮ ਜਨਮ ਕੇ ਕਿਲ ਵਿਖ ਸਭ ਹਰਿਆ। ਸਿਰੇ ਜਨਮ ਜਨਮੰਤਰਾਂ ਦੇ ਜਿਹੜੇ ਸਾਰੇ ਪਾਪਾਂ ਦੀਆਂ ਇਹ ਗੰਢਾਂ ਲੈ ਕੇ ਤੁਰਿਆ ਫਿਰਦਾ ਸੀ, ਨਿਰੰਕਾਰ ਸੱਚੇ ਪਾਤਸ਼ਾਹ ਨੇ ਸਾਰਿਆਂ ਦਾ ਨਾਸ ਕਰ ਦਿੱਤਾ। ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ। ਪੂਰੇ ਗੁਰੂ ਤੇ ਦਾ ਜਿਹੜਾ ਹੈ ਪੂਰਾ, ਤਾਂ ਜਿੱਦਾਂ ਆਪਾਂ ਬਾਰ-ਬਾਰ ਤੁਹਾਡੇ ਨਾਲ ਸੁਖਮਨੀ ਸਾਹਿਬ ਵਾਲੀ ਵੀ ਤੁਕ ਸਾਂਝੀ ਕਰ ਚੁੱਕੇ ਹਾਂ, ਤੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਮ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇੱਥੇ ਫਿਰ ਪੂਰੇ ਦੀ ਗੱਲ ਕਰਦੇ ਮਹਾਰਾਜ ਸੱਚੇ ਪਾਤਸ਼ਾਹ। ਕਹਿੰਦੇ ਸੋਭਾ ਸੁਰਤ ਨਾਮ ਭਗਵੰਤ, ਜਿਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਸੋਭਾ ਅਸੀਂ ਕਰਦੇ ਸੁਰਤ ਜੋੜ ਕੇ, ਉਹ ਭਗਵੰਤ ਜਿਹੜਾ ਹੈ, ਭਗਵੰਤ ਦੁਨੀਆ ਦੀ ਜਿਹਦੀ ਸੋਭਾ ਸਾਰੀ ਦੁਨੀਆ ਕਰਦੀ ਹੈ, ਤੇ ਜਿਹਦੇ ਨਾਮ ਦੇ ਵਿੱਚ ਆਪਾਂ ਟਿਕੇ ਰਹਿੰਦੇ ਹਾਂ,
पूरे गुर का निर्मल मंत, ਉਹ ਜਿਹੜਾ ਪੂਰਾ ਗੁਰੂ ਹੈ ਨਿਰੰਕਾਰ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਦਾ ਬਖਸ਼ਿਸ਼ ਕੀਤਾ ਹੋਇਆ ਸੰਸਾਰ ਨੂੰ ਮੰਤਰ ਵੀ ਪੂਰਾ ਹੈ ਭਾਈ। ਚਰਨ ਕਮਲ ਹਿਰਦੇ ਮੈਂ ਜਾਪ, ਨਾਨਕ ਪੇਖ ਜੀਵੈ ਪਰਤਾਪ। ਉਸ ਵਾਹਿਗੁਰੂ ਨਿਰੰਕਾਰ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਟਿਕਾ ਤੇ ਹਿਰਦੇ ਦੇ ਵਿੱਚ ਪਰਾ ਬਾਣੀ ਦੇ ਵਿੱਚ ਜਾ ਕੇ ਜਪ। ਨਾਨਕ ਪੇਖ ਜੀਵੇ ਪ੍ਰਤਾਪ, ਗੁਰੂ ਨਿਰੰਕਾਰ ਕਹਿੰਦੇ ਨੇ ਉਹ ਜੀਵ ਉਹ ਪ੍ਰਤੱਖ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਜਾਂ ਉਹਦੇ ਹੋਏ ਬਖਸ਼ੇ ਹੋਏ ਸੰਤ ਮਹਾਤਮਾ ਨੂੰ ਦੇਖ ਕੇ ਹੀ ਜਿਉਂਦਾ ਹੈ। ਗੌੜੀ ਮਹਲਾ ਪੰਜਵਾਂ, ਤਨ ਏ ਥਾਨ ਗੋਬਿੰਦ ਗੁਣ ਗਾਏ, ਕੁਸਲ ਖੇਮ ਪ੍ਰਭ ਆਪ ਬਸਾਏ। ਜਦੋਂ ਸ੍ਰੀ ਅੰਮ੍ਰਿਤਸਰ ਦੀ ਸੇਵਾ ਕਰ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਦੂਰ ਦੂਰ ਤੱਕ ਗੁਰਸਿੱਖਾਂ ਨੂੰ ਭੇਜਿਆ ਜਾ ਕੇ ਭਾਈ ਕੋਈ ਇੱਟਾਂ ਬਣਾਉਣ ਵਾਲਾ ਆਵੇ, ਕੋਈ ਇੱਟਾਂ ਚਿਣਨ ਵਾਲਾ ਆਵੇ, ਕੋਈ ਇੱਥੇ ਲੱਕੜ ਦਾ ਕੰਮ ਕਰਨ ਵਾਲਾ ਆਵੇ, ਕੋਈ ਵਿਉਂਤਬੰਦੀ ਵਾਲਾ ਆਵੇ। ਇਸ ਤਰ੍ਹਾਂ ਦੇ ਬੜੇ ਬੜੇ ਉਹਨਾਂ ਨੇ ਮਿਸਤਰੀ ਬਾਹਰੋਂ ਸੱਦੇ ਸਤਿਗੁਰਾਂ ਸੱਚੇ ਪਾਤਸ਼ਾਹ ਨੇ। ਸੇਵਾ ਚੱਲਦੀ ਰਹੀ, ਬਾਬਾ ਬੁੱਢਾ ਜੀ ਸੇਵਾ ਕਰਵਾਉਂਦੇ ਰਹੇ, ਥੜੇ ਦੇ ਉੱਤੇ ਬੈਠ ਕੇ ਉਹਨਾਂ ਦੀ ਨਿਗਰਾਨੀ ਦੇ ਥੱਲੇ ਸਾਰੀ ਸੇਵਾ ਹੋਈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕੀ ਸੰਗਤ ਦੀ ਸੇਵਾ ਕਰੀ ਜਾਂਦੇ ਨੇ। ਬੜੀਆਂ ਸਾਖੀਆਂ ਆਪ ਜੀ ਨੇ ਸਰਵਣ ਕੀਤੀਆਂ ਵੀ ਜਦੋਂ ਕਾਬਲ ਦੀ ਸੰਗਤ ਆਈ ਕਿਹੜੇ ਰੂਪ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪਹਿਚਾਣ ਹੀ ਨਹੀਂ ਹੋਣ ਦਿੱਤਾ ਕਿ ਮੈਂ ਹੀ ਨਿਰੰਕਾਰ ਦੀ ਜੋਤ ਦਾ ਮਾਲਕ ਹਾਂ। ਕਿੱਦਾਂ ਉਹਨਾਂ ਦੇ ਸਾਰੀ ਰਾਤ ਚਰਨ ਘੁੱਟਦੇ ਰਹੇ। ਮਾਤਾ ਗੰਗਾ ਜੀ ਹੱਥੀਂ ਅੰਨ ਪਕਾ ਕੇ ਉਹਨਾਂ ਨੂੰ ਪ੍ਰਸ਼ਾਦਾ ਬਖਸ਼ਿਸ਼ ਕਰਦੇ ਰਹੇ। ਔਰ ਇੱਥੇ ਤੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਗਰਮ ਪਾਣੀ ਕਰ ਕਰਕੇ ਉਹਨਾਂ ਦੇ ਮੁਖੜੇ ਵੀ ਸਾਫ਼ ਕਰਦੇ ਨੇ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਸਥਾਨ ਇਹ ਭਾਗਾਂ ਵਾਲਾ ਸਥਾਨ ਜਿਹੜਾ ਸੱਚਖੰਡ ਹੈ, ਜਿੱਥੇ ਇੱਥੇ ਆਣ ਕੇ ਕਾਲੇ ਕਾਂ ਮਹਾਪਾਪੀ ਵੀ ਇਸ਼ਨਾਨ ਕਰਕੇ ਇੱਥੋਂ ਹੰਸ ਬਣ ਕੇ ਜਾਂਦੇ ਨੇ। ਇਸ ਜਗ੍ਹਾ ਦੇ ਉੱਤੇ ਜਿਸ ਵੇਲੇ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਗੁਣ ਗਾਉਣੇ ਹੋ ਸ਼ੁਰੂ ਹੋਏ, ਬਾਬਾ ਬੁੱਢਾ ਜੀ ਦੇ ਕਿਰਪਾ ਕੀਤੀ ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਧੰਨ ਇਹ ਥਾਨ ਬਣ ਗਿਆ। ਅੱਜ ਵੀ ਭਾਗਾਂ ਵਾਲਾ ਇਹ ਆ ਜਿੱਥੇ ਉਹ ਗੋਬਿੰਦ ਦੇ ਗੁਣ ਗਾਏ ਜਾ ਰਹੇ ਨੇ। ਹੁਣ ਇਹ ਤਾਂ ਹੋ ਗਿਆ ਇੱਕ ਐਸਾ ਸਥਾਨ। ਮੈਂ ਅੱਗੇ ਕਈ ਜਗ੍ਹਾ ਦੇ ਉੱਤੇ ਬੇਨਤੀ ਕੀਤੀ ਵੀ ਅਸਲ ਵਿੱਚ ਜੇ ਗੁਰਦੁਆਰਾ ਦੇਖਣਾ ਨਾ ਤੁਸੀਂ, ਜਿਹਨੂੰ ਅਸੀਂ ਗੁਰੂ ਘਰ ਕਹਿੰਦੇ ਆ, ਸਾਰੇ ਸਥਾਨ ਪੂਜਨ ਯੋਗ ਨੇ। ਸਾਰੇ ਸਥਾਨਾਂ ਦੇ ਉੱਤੇ ਸਾਡਾ ਜਿਹੜਾ ਸੀਸ ਝੁਕਦਾ ਹੀ ਝੁਕਦਾ ਹੈ, ਪਰ ਗੁਰਦੁਆਰਾ ਸੰਸਾਰ ਦੇ ਉੱਤੇ ਭਾਈ ਇੱਕੋ ਹੀ ਆ। ਗੁਰਦੁਆਰਾ ਨਾਮ ਆਏਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਗੁਰਦੁਆਰਾ ਇੱਕੋ ਹੀ ਹੈ, ਕਿਉਂਕਿ ਜਿਹਨੂੰ ਗੁਰੂ ਨੇ ਆਪ ਹੱਥੀਂ ਬਣਾਇਆ ਉਹ ਸ੍ਰੀ ਦਰਬਾਰ ਸਾਹਿਬ ਹੈ। ਹੱਥੀਂ ਬਣਾਇਆ। ਇਹਦੀ ਵਿਉਂਤਬੰਦੀ ਜਿਹੜੀ ਨਾ ਉਹ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਤੀ ਸੀ, ਕਿਉਂਕਿ ਆਪ ਇੱਥੇ ਪਹਿਲਾਂ ਆਏ ਤੇ ਜਗ੍ਹਾ ਨੂੰ ਇਹ ਨਿਯੁਕਤ ਕਰ ਗਏ ਸਨ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਸਥਾਨ ਦਾ ਪੂਰਾ ਗਿਆਨ ਦਿੱਤਾ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਆਖਿਆ ਸੀ ਵੀ ਭਾਈ ਜਾਓ ਹੁਣ ਤੁਸੀਂ ਰਾਮਸਰ ਦੇ ਵਿੱਚ ਚਲੇ ਜਾਓ, ਉੱਥੇ ਜਾ ਕੇ ਤੁਸੀਂ ਤਾਲ ਖੋਦੋ ਜਿਹਨੂੰ ਸਰੋਵਰ ਆਪਾਂ ਕਹਿੰਦੇ ਆ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਕਿਰਪਾ ਕੀਤੀ, ਆਣ ਕੇ ਇਸ ਨੂੰ ਖੁਦਾਈ ਕੀਤੀ, ਆਪ ਵਿਚਾਲੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਨੂੰ ਪੱਕਾ ਬਣਾਇਆ ਤੇ ਵਿੱਚ ਸ੍ਰੀ ਦਰਬਾਰ ਸਾਹਿਬ ਬਣਾਇਆ। ਕਹਿੰਦੇ ਇਸ ਦਰਬਾਰ ਸਾਹਿਬ ਬੜਾ ਥਾਨ ਭਾਗਾਂ ਵਾਲਾ ਹੋ ਗਿਆ। ਸੋ ਇਸ ਕਰਕੇ ਕਿਉਂਕਿ ਇੱਥੇ ਸਾਰੇ ਗੁਰੂਆਂ ਦੇ ਚਰਨ ਪਏ ਨੇ, ਹੱਥ ਲੱਗੇ ਨੇ, ਇਹ ਹੈ ਗੁਰੂ ਘਰ। ਬਾਕੀ ਸਾਰੇ ਗੁਰਦੁਆਰੇ ਹਨ ਮਾਲਕ ਦੇ ਹੀ ਹਨ। ਇਹ ਨਾ ਕਿਉਂ ਮੈਂ ਕਿੰਤੂ ਪਰੰਤੂ ਕਰ ਜਾ, ਮਾਫ ਕਰਨਾ, ਮੈਂ ਕੋਈ ਇਦਾਂ ਦਾ ਬੰਦਾ ਨਹੀਂ ਕਿਸੇ ਚੀਜ਼ ਦੇ ਉੱਤੇ ਕਿੰਤੂ ਪਰੰਤੂ ਅਸੀਂ ਕਰੀਏ ਦੋਨੇ ਜਣੇ। ਅਸੀਂ ਤਾਂ ਸਿਰਫ ਇਸ ਤਰ੍ਹਾਂ ਦੇ ਨਾਲ ਕਿਉਂਕਿ ਜੋ ਭਾਵਨਾ ਹੈ। ਕਈ ਵਾਰ ਜਦੋਂ ਤੁਸੀਂ ਇਹ ਸਥਾਨਾਂ ਦੇ ਉੱਤੇ ਜਾਂਦੇ ਹੋ, ਕਈਆਂ ਸਥਾਨਾਂ ਦੇ ਉੱਤੇ ਤੁਸੀਂ ਜਾ ਕੇ ਪਹਿਲਾਂ ਉੱਥੇ ਦੀ ਹਿਸਟਰੀ ਪੜ੍ਹਦੇ ਹੋ, ਫਿਰ ਤੁਸੀਂ ਨਮਸਕਾਰ ਕਰਦੇ ਹੋ। ਪਰ ਇਹ ਇੱਕ ਐਸਾ ਸਥਾਨ ਇਹਦੀ ਹਿਸਟਰੀ ਤੁਹਾਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਪੈਂਦੀ। ਨੀਵੇਂ ਹੋ ਕੇ ਤੁਸੀਂ ਜਾ ਰਹੇ ਹੋ, ਪੌੜੀਆਂ ਉੱਤਰ ਕਿੱਧਰ ਦੇ ਮਰਜ਼ੀ ਪਾਸੇ ਦੀ ਆ ਜਾਓ, ਚਾਹੇ ਤੁਸੀਂ ਲੰਗਰ ਸਾਹਿਬ ਵੱਲ ਦੀ ਆ ਜਾਓ, ਚਾਹੇ ਤੁਸੀਂ ਬਾਬਾ ਦੀਪ ਸਿੰਘ ਦੇ ਪਾਸੇ ਵੱਲ ਦੀ ਆ ਜਾਵੋ, ਚਾਹੇ ਤੁਸੀਂ ਮੇਨ ਬਾਜ਼ਾਰ ਦੇ ਕੋਲ ਦੀ ਆ ਜਾਓ, ਤੁਹਾਨੂੰ ਪੌੜੀਆਂ ਉੱਤਰ ਕੇ ਹੀ ਜਾਣਾ ਪੈਣਾ। ਇਹ ਐਸਾ ਸਥਾਨ ਹੈ ਜਿੱਥੇ ਜਦੋਂ ਤੁਸੀਂ ਪੌੜੀਆਂ ਉਤਰਦੇ ਤੁਹਾਡਾ ਸੀਸ ਮੱਲੋ ਮੱਲੀ ਝੁਕ ਜਾਂਦਾ। ਤੁਹਾਨੂੰ ਇੱਕ ਐਸੇ ਤਰ੍ਹਾਂ ਦੀ ਇੱਥੇ ਵਾਤਾਵਰਨ ਬਣ ਜਾਂਦਾ, ਤੁਹਾਡਾ ਮਨ ਸੀਤਲ ਹੋ ਜਾਂਦਾ, ਆਨੰਦ ਦੇ ਵਿੱਚ ਆ ਜਾਂਦਾ ਹੈ।
ਇਹ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦਾ ਆਪ ਬਣਾਇਆ ਹੋਇਆ, ਆਪ ਵਸਾਇਆ ਹੋਇਆ ਨਗਰ ਹੈ। ਹੁਣ ਮੈਂ ਇੱਕ ਛੋਟੀ ਜਿਹੀ ਦਾਸਤਾਨ ਹੋਰ ਤੁਹਾਡੇ ਨਾਲ ਸਾਂਝੀ ਕਰਾਂ, ਜਿੰਨਾ ਤੁਹਾਡਾ ਹੋਰ ਪਿਆਰ ਇਹਦੇ ਵਿੱਚ ਪਾਵੇ। ਜੋ ਮੇਰੇ ਜੀਵਨ ਦੇ ਵਿੱਚ ਹੋਇਆ, ਮੈਨੂੰ ਬਹੁਤ ਇਹਦੇ ਵਿੱਚੋਂ ਗਿਆਨ ਪ੍ਰਾਪਤ ਹੋਇਆ। ਅਸੀਂ ਨਾ ਸਾਡੇ ਉੱਤੇ ਪਿਤਾ ਸਮਾਨ, ਜਾਣੀ ਕਿ ਜਿਹੜੇ ਮੇਰੇ ਕੁੜਮ ਨੇ ਉਹਨਾਂ ਦੇ ਪਿਤਾ ਜੀ, ਉਹਨਾਂ ਦੀ ਬੱਚੀ ਸਾਡੇ ਗ੍ਰਹਿ ਵਿਖੇ ਮੇਰੇ ਛੋਟੇ ਭਚੰਗੀ ਨੂੰ ਵਿਆਹੀ ਹੋਈ ਆ, ਬਾਪੂ ਗੁਰਦਿਆਲ ਸਿੰਘ ਜੀ। ਇਹ ਰਜੌਰੀ ਗਾਰਡਨ ਰਿਹਾ ਕਰਦੇ ਸਨ ਦਿੱਲੀ ਦੇ ਵਿੱਚ। ਤੇ ਮੇਰਾ ਵੀ ਇਹਨਾਂ ਦੇ ਕੋਲ ਜਿਸ ਵੇਲੇ ਜਾ ਕੇ ਮੈਂ ਰਹਿੰਦਾ ਹੁੰਦਾ ਸੀ ਤਾਂ ਇਹਨਾਂ ਨੇ ਸ਼ਾਮ ਨੂੰ ਕਹਿਣਾ, ਬੇਟਾ ਆਓ ਚਲੀਏ, ਇੱਥੇ ਰਜੌਰੀ ਗਾਰਡਨ ਦੇ ਥੋੜੀ ਜਿਹੀ ਲਾਗੇ ਇੱਕ ਪਾਰਕ ਹੈ, ਉੱਥੇ ਹੋਰ ਵੀ ਕਾਫੀ ਕਿੱਸੇ ਖਾ ਜਾਂਦੇ ਹੋਇਆ ਕਰਦੇ ਨੇ। ਫਿਰ ਅਸੀਂ ਨਾਲੇ ਗੱਲਾਂ ਤੋਂ ਕਰੀਦੀਆਂ, ਨਾਲੇ ਸੈਰ ਕਰ ਲਈਦੀ ਆ। ਫਿਰ ਚੌਪਈ ਸਾਹਿਬ ਦਾ ਜਾਪ ਕਰਕੇ ਅਸੀਂ ਅਰਦਾਸ ਕਰਕੇ ਆਪਣੇ ਆਪਣੇ ਗ੍ਰਹਿ ਨੂੰ ਪਰਤੀਦਾ ਹੈ। ਇੱਥੇ ਗਏ ਤਾਂ ਇੱਥੇ ਨਾ ਜਿਸ ਸਾਰੇ ਜੀਵ ਬੈਠੇ, ਤੇ ਇਹਨਾਂ ਦੇ ਵਿੱਚ ਇੱਕ ਹੋਰ ਬਾਪੂ ਗੁਰਦਿਆਲ ਸਿੰਘ ਜੀ ਸਨ। ਮੈਂ ਉਹਨਾਂ ਦੇ ਨਾਲ ਗੱਲ ਕੀਤੀ ਤੇ ਪਿਤਾ ਜੀ ਉਹਨੇ ਆਖਣ ਲੱਗੇ ਵੀ ਇਹ ਬਹੁਤ ਅਮੀਰ ਨੇ। ਮੈਂ ਉਹਨਾਂ ਨੂੰ ਗੱਲ ਕੀਤੀ, ਮੈਂ ਕਿਹਾ ਬਾਪੂ ਜੀ ਜਿਸ ਵੇਲੇ ਤੁਹਾਨੂੰ ਇਹ ਪਤਾ ਲੱਗਦਾ ਕਿ ਤੁਸੀਂ ਬਹੁਤ ਅਮੀਰ ਹੋ, ਤੁਹਾਨੂੰ ਕਿੱਦਾਂ ਲੱਗਦਾ? ਆਖਣ ਲੱਗੇ ਮੇਰਾ ਮਨ ਉਸੇ ਵੇਲੇ ਨਿਰੰਕਾਰ ਦੀ ਸਿਫਤ ਸਲਾਹ, ਉਹਦੇ ਮੋਰੇ ਅਰਦਾਸਾਂ ਕਰਨ ਨੂੰ ਜੁੜ ਜਾਂਦਾ ਕਿ ਕਿਤੇ ਹੰਕਾਰ ਨਾ ਹੋਣ ਦੇ ਦੀ ਮਾਇਆ ਦਾ। ਪੁੱਛਿਆ ਉਹਨਾਂ ਨੂੰ, ਥੋੜਾ ਜਿਹਾ ਆਪਣੇ ਜੀਵਨ ਬਾਰੇ ਦੱਸਿਆ ਤਾਂ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ। ਕਹਿੰਦੇ ਜਦੋਂ ਸੈਕੰਡ ਵਰਲਡ ਵਾਰ ਸੀ ਤੇ ਅਸੀਂ ਆ ਬੈਲਜੀਅਮ ਵਾਲੇ ਪਾਸੇ ਦੇ ਵਿੱਚ ਸਾਡੀ ਡਿਊਟੀ ਲੱਗੀ ਹੋਈ ਸੀ। ਜਿਹੜਾ ਸਾਡਾ ਚੀਫ ਕਮਾਂਡਰ ਹੁੰਦਾ ਸੀ ਗੋਰਾ ਸੀ, ਉਹ ਗੋਰਾ ਜਿਹੜਾ ਸੀ ਉਹਦੀ ਇੱਕ ਫੈਕਟਰੀ ਸੀ ਇੱਥੇ, ਜਿਹੜੇ ਕਿ ਉਹ ਪਲਾਸਟਿਕ ਦੀਆਂ ਚੀਜ਼ਾਂ ਬਣਿਆ ਕਰਦੇ ਹੁੰਦੇ ਸੀ। ਉਹਦੇ ਬੱਚੇ ਉਹ ਫੈਕਟਰੀ ਚਲਾਉਂਦੇ ਹੁੰਦੇ ਸਨ। ਇਹ ਕਮਾਂਡਰ ਕਹਿੰਦਾ ਵੀ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਬਹੁਤ ਦੁਖੀ ਰਹਿਣਾ ਹਾਂ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਨਾ ਘਰ ਦੇ ਵਿੱਚ ਨਾ ਬਾਹਰ ਦੇ ਵਿੱਚ, ਕਿਤੇ ਨੀਂਦ ਨਹੀਂ ਆਉਂਦੀ। ਭਈ ਮੈਨੂੰ ਲੱਗਦਾ ਕਿ ਦੁਨੀਆ ਦੇ ਉੱਤੇ ਕੋਈ ਐਸਾ ਸਥਾਨ ਨਹੀਂ ਜਿੱਥੇ ਕਿ ਮੈਨੂੰ ਆਨੰਦ ਦੀ ਨੀਂਦ ਆ ਜਾਵੇ। ਤੇ ਇਹ ਦੂਸਰੇ ਜਿਹੜੇ ਭਾਈ ਗੁਰਦਿਆਲ ਸਿੰਘ ਜੀ ਸਨ ਸੀਗੇ, ਤਾਂ ਉਹ ਵੀ ਸਾਡੇ ਬਾਪੂ ਜੀ ਦੀ ਉਮਰ ਦੇ ਹੀ। ਉਹ ਆਖਣ ਲੱਗੇ ਵੀ ਕਮਾਂਡਰ ਆਪਣੇ ਨੂੰ ਕਹਿੰਦੇ ਸਮਾਂ ਆਵੇਗਾ ਜਦੋਂ ਇਹ ਲੜਾਈ ਖਤਮ ਹੋ ਗਈ, ਭਈ ਤੂੰ ਏਦਾਂ ਕਰੀ 1 ਮਹੀਨਾ ਮੇਰੇ ਨਾਲ ਰਹੀ ਆਣ ਕੇ ਦਿੱਲੀ, ਤੇ ਤੈਨੂੰ ਮੈਂ ਐਸੇ ਸਥਾਨ ਦੇ ਉੱਤੇ ਲੈ ਕੇ ਜਾਵਾਂਗਾ ਜਿੱਥੇ ਤੂੰ ਤੇਰਾ ਚਿੱਤ ਹੀ ਨਹੀਂ ਕਰੂਗਾ ਉੱਥੋਂ ਆਉਣ ਦਾ। ਉਹਨੇ ਕਿਹਾ ਵੀ ਦੁਨੀਆ ਦੇ ਉੱਤੇ ਕੋਈ ਐਸਾ ਸਥਾਨ ਨਹੀਂ। ਉਹਨੇ ਤਰਕ ਮਾਰੀ ਇਦੋਂ ਚੀਜ਼ ਦੀ, ਤਾਂ ਕਹਿੰਦੇ ਲੜਾਈ ਖਤਮ ਹੋ ਗਈ। ਉਹ ਗੋਰਾ ਮੇਰੇ ਕੋਲ ਚੱਲ ਕੇ ਆ ਗਿਆ ਪਰਿਵਾਰ ਸਮੇਤ। ਅਸੀਂ 3 ਦਿਨ ਇੱਥੇ ਦਿੱਲੀ ਰਹੇ। ਚੌਥੇ ਦਿਨ ਅਸੀਂ ਗੱਡੀ ਫੜੀ, ਅਸੀਂ ਸ੍ਰੀ ਅੰਮ੍ਰਿਤਸਰ ਆ ਗਏ। ਜਿਸ ਵੇਲੇ ਅਸੀਂ ਦਰਬਾਰ ਸਾਹਿਬ ਦੇ ਅੰਦਰ ਹੀ ਬੜੇ, ਗੋਰੇ ਨੂੰ ਇੱਕ ਝੁਣਝੁਣੀ ਆਈ, ਕਹਿੰਦੇ ਜਿੱਦਾਂ ਕੋਈ ਉਸ ਨੂੰ ਬਿਜਲੀ ਲੱਗ ਗਈ ਹੁੰਦੀ, ਸ਼ਾਰਟ ਲੱਗਾ ਹੁੰਦਾ। ਉਹਨੂੰ ਝੁਣਝੁਣੀ ਆਈ ਤੇ ਉਹਦਾ ਮੱਥਾ ਆਪਣੇ ਆਪ ਹੀ ਨੀਵਾਂ ਹੋ ਗਿਆ, ਉਹਦਾ ਸਿਰ ਨੀਵਾਂ ਹੋ ਗਿਆ ਨਿਰੰਕਾਰ ਵੱਲ ਵੱਧਦੇ ਸਾਰੇ। ਤੇ ਜਿਸ ਵੇਲੇ ਕਹਿੰਦੇ ਅਸੀਂ ਉੱਥੇ ਸ਼ਾਮਾਂ ਦੇ ਸਮੇਂ ਤੇ ਉੱਤੇ ਗਏ, ਤਾਂ ਮੈਂ ਉਸ ਅੰਗਰੇਜ਼ ਨੂੰ ਆਖਿਆ ਵੀ ਆਪਾਂ ਨੂੰ ਰਾਤ ਇੱਥੇ ਰਹਿਣੀ ਆ। ਉਹਨਾਂ ਸਮਿਆਂ ਦੇ ਵਿੱਚ ਏਡੀਆਂ ਸਥਾਨ ਨਹੀਂ ਸੀ ਬਣੇ ਹੋਏ ਜਿਹੜੇ ਕਿ ਜਿੱਥੇ ਕਿ ਸੰਗਤ ਆਣ ਕੇ ਪਾਰ ਉਤਾਰਾ ਕਰਾ ਕਰਦੀ, ਸਰਾਵਾਂ ਨਹੀਂ ਸਨ। ਆਖਣ ਲੱਗੇ ਅਸੀਂ ਜਿਹੜੇ ਸਤਿਗੁਰ ਦੇ ਝਰੋਖੇ ਬਣੇ ਹੋਏ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ, ਇੱਕ ਦੇ ਵਿੱਚ ਅਸੀਂ ਬੈਠ ਗਏ। ਤਾਂ ਇਹ ਕੀਰਤਨ ਸੁਣਦਾ ਗੋਰਾ ਸੁੱਤਾ। ਕਹਿੰਦੇ ਐਸਾ ਸੁੱਤਾ ਦੂਸਰੇ ਦਿਨ ਵੀ ਸੁੱਤਾ ਹੀ ਰਿਹਾ, ਤੇ ਰਾਤ ਦੇ ਸਮੇਂ ਦੇ ਉੱਤੇ ਜਾਗਿਆ। ਆਖਣ ਲੱਗਾ ਵੀ ਇੱਥੇ ਕੀ ਹੋ ਰਿਹਾ? ਕਹਿੰਦੇ ਕੀ ਹੋਇਆ? ਕਹਿੰਦੇ ਮੈਂ ਕਦੋਂ ਦਾ ਸੁੱਤਾ? ਕਹਿੰਦੇ ਤੈਨੂੰ 24 ਘੰਟੇ ਹੋ ਗਏ ਸੁੱਤੇ ਨੂੰ, ਤੇਰੀ ਅੱਖ ਨਹੀਂ ਅਜੇ ਤੱਕ ਖੁੱਲੀ। ਤੇ ਉਹ ਗੋਰੇ ਨੇ ਕਿਹਾ, ਕਹਿੰਦਾ ਮੈਂ ਬਿਲਕੁਲ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਲਾਈਕ ਆਮ ਸਲੀਪਿੰਗ ਇਨ ਹੈਵਨ, ਮੈਂ ਸੱਚਖੰਡ ਦੇ ਵਿੱਚ ਸੁੱਤਾ ਪਿਆ ਹਾਂ। ਇੱਕ ਅੰਗਰੇਜ਼, ਦੇਖੋ ਹੁਣ ਕਿੰਨੇ ਅੰਗਰੇਜ਼ ਉੱਥੇ ਜਾਂਦੇ ਨੇ। ਸੋ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਥਾਨ ਦੀ ਬਹੁਤ ਵਡਿਆਈ ਕੀਤੀ ਹੈ ਨਿਰੰਕਾਰ ਜੀ ਨੇ। ਕਹਿੰਦੇ ਇਹ ਧਨ ਥਾਨ ਹੈ ਜਿੱਥੇ ਉਹ ਨਿਰੰਕਾਰ ਦੇ 24 ਘੰਟੇ ਗੁਣ ਗਾਏ ਜਾਂਦੇ ਹਨ। ਕੁਸਲ ਖੇਮ ਪ੍ਰਭ ਆਪ ਵਸਾਏ। ਇਸ ਸਥਾਨ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਦੇ ਨਾਲ ਵਸਾਇਆ ਕੀਤਾ ਹੈ। ਰਹਾਓ ਵਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜਹ ਹਰ ਗੁਣ ਗਾਹੀ। ਕਹਿੰਦੇ ਵੀ ਵਿਪਤਾ ਉੱਥੇ ਪੈਂਦੀ ਆ ਜਿੱਥੇ ਪ੍ਰੀਤਮ ਦੇ ਗੁਣ ਨਹੀਂ ਗਾਏ ਜਾਂਦੇ। ਹੁਣ ਬਾਕੀ ਦੇ ਜਿਹੜੇ ਸਥਾਨ ਜਿੱਥੇ ਜਿੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਵਡਿਆਈਆਂ ਹੋ ਰਹੀਆਂ ਨੇ, ਭਾਵੇਂ ਸਰਹੰਦ ਹੈ, ਭਾਵੇਂ ਖਡੂਰ ਸਾਹਿਬ ਹੈ, ਭਾਵੇਂ ਹੋਰ ਜਗ੍ਹਾ ਦੇ ਉੱਤੇ, ਇਹਨਾਂ ਜਗ੍ਹਾ ਦੇ ਉੱਤੇ ਵਿਪਤਾ ਪੈ ਹੀ ਨਹੀਂ ਸਕਦੀ ਜੀਵ ਨੂੰ।
ਇੱਥੇ ਤਾਂ ਮਨ ਖੁਸ਼ਹਾਲ ਦੇ ਵਿੱਚ ਆ ਜਾਂਦਾ, ਮਨ ਆਨੰਦ ਦੇ ਵਿੱਚ ਹੀ ਆ ਜਾਂਦਾ। ਪਰ ਕਹਿੰਦੇ ਨੇ ਕਈ ਐਸੀਆਂ ਜਗ੍ਹਾ ਵੀ ਹਨ ਜਿੱਥੇ ਹਰ ਵੇਲੇ ਨਿਰੰਕਾਰ ਦੇ ਗੁਣ ਨਹੀਂ ਗਾਏ ਜਾ ਰਹੇ। ਕੋਈ ਘਰ ਐਸੇ ਹਨ ਜਿਹੜੇ ਭੂਤਾਂ ਦੇ ਬੰਗਲੇ ਬਣੇ ਹੋਏ ਨੇ, ਜਿੱਥੇ ਨਿਰੰਕਾਰ ਦੀ ਬੰਦਗੀ ਹੋ ਹੀ ਨਹੀਂ ਰਹੀ। ਫਿਰ ਉੱਥੇ ਸਾਰੀਆਂ ਬਿਪਤਾਂ ਆਣ ਕੇ ਬਹਿ ਜਾਂਦੀਆਂ ਨੇ, ਭਾਈ ਜੱਫੀ ਪਾ ਕੇ ਸਾਰਿਆਂ ਨੂੰ ਚੁੰਮੜ ਜਾਂਦੀਆਂ ਨੇ। ਤੇ ਨਿਰੰਕਾਰ ਇੱਥੇ ਤਾਂ ਹੀ ਕਹਿੰਦੇ ਨੇ, ਕਹਿੰਦੇ ਬਿਪਤਾ ਉੱਥੇ ਹੀ ਆਉਂਦੀ, ਪਾਪ ਉੱਥੇ ਆਉਂਦੇ, ਦੁੱਖ ਉੱਥੇ ਆਉਂਦੇ ਜਿੱਥੇ ਪ੍ਰੀਤਮ ਦਾ ਸਿਮਰਨ ਨਹੀਂ ਹੁੰਦਾ। ਤੇ ਇਹ ਮਨ ਦੇ ਵਿੱਚ, ਸਰੀਰ ਦੇ ਵਿੱਚ ਵੀ ਜਿਸ ਵੇਲੇ ਸਿਮਰਨ ਨਹੀਂ ਚੱਲਦਾ ਹੁੰਦਾ, ਭਾਈ ਸਾਰੇ ਚਿੰਤਾ ਦੇ ਰੋਗ ਅੰਦਰ ਸਾਡੇ ਲੱਗ ਜਾਂਦੇ ਨੇ, ਹੋਰ ਅਨੇਕ ਤਰ੍ਹਾਂ ਦੇ ਰੋਗ ਲੱਗ ਜਾਂਦੇ ਨੇ। ਕੋਟ ਆਨੰਦ ਜੈ ਹਰ ਗੁਣ ਗਾਏ, ਕਹਿੰਦੇ ਉਹ ਆਨੰਦ ਦਾ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਕਰੋੜਾਂ ਆਨੰਦ ਬਿਆਨ ਹੀ ਨਹੀਂ ਕਰ ਸਕਦੇ। ਉਹ ਕਿੱਥੇ, ਜਿੱਥੇ ਉਹ ਪਰਮਾਤਮਾ ਨਿਰੰਕਾਰ ਸੱਚੇ ਪਾਤਸ਼ਾਹ ਦੇ ਗੁਣ ਗਾਏ ਜਾ ਰਹੇ ਹਨ। ਹਰ ਬਿਸਰੀਐ ਦੁਖ ਰੋਗ ਕਨੇਰੇ, ਪ੍ਰਭ ਸੇਵਾ ਜਮ ਲਗੈ ਨਾ ਨੇਰੇ। ਪ੍ਰਭੂ ਨੂੰ ਵਿਸਰਨਾ, ਪ੍ਰਭੂ ਨੂੰ ਭੁੱਲਣ ਦੇ ਨਾਲ ਵੱਡੇ ਵੱਡੇ ਰੋਗ ਸੰਤਾਪ ਆਣ ਕੇ ਜੀਵ ਨੂੰ ਚੁੰਬੜ ਜਾਂਦੇ ਹਨ ਭਾਈ। ਤੇ ਪ੍ਰਭੂ ਦੀ ਸੇਵਾ ਕਰਨ ਕਰਕੇ ਇਹ ਰੋਗ ਤਾਂ ਛੋਟੇ ਰਹਿ ਜਾਂਦੇ ਨੇ, ਜਮਾਂ ਦੇ ਰੋਗ ਵੀ ਦੂਰ ਹੋ ਜਾਂਦੇ ਹਨ। ਸੋ ਵੱਡ ਭਾਗੀ ਨੇ ਚਲ ਥਾਨ, ਜਹ ਜਪੀਐ ਪ੍ਰਭ ਕੇਵਲ ਨਾਮ। ਉਹ ਸਥਾਨ ਭਾਗਾਂ ਵਾਲਾ ਹੋ ਜਾਂਦਾ ਹੈ, ਉੱਚਾ ਸੁੱਚਾ ਹੁੰਦਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਜਿਹੜਾ ਸਥਾਨ ਹੈ ਉਹ ਪਵਿੱਤਰ ਹੋ ਜਾਂਦਾ, ਪੂਜਣ ਯੋਗ ਬਣ ਜਾਂਦਾ ਹੈ, ਉਹ ਨੈਚਲ ਬਣ ਜਾਂਦਾ ਹੈ, ਅਟਲ ਬਣ ਜਾਂਦਾ ਹੈ। ਕਿਤੇ ਜਿੱਥੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਕੇਵਲ ਨਾਮ ਹੀ ਜਪਿਆ ਜਾ ਰਿਹਾ ਹੈ, ਜਿੱਥੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਭਗਤੀ ਤੇ ਬੰਦਗੀ ਹੀ ਹੋ ਰਹੀ ਹੈ। ਜਹ ਜਾਈਐ ਤੈ ਨਾਲ ਮੇਰਾ ਸੁਆਮੀ, ਨਾਨਕ ਕੋ ਮਿਲਿਆ ਅੰਤਰ ਜਾਮੀ। ਜਿੱਥੇ ਵੇ ਉਹ ਜਿਹੜਾ ਪਿਆਰਾ, ਜਿਹਦੇ ਅੰਦਰ ਸਰੀਰ ਦੇ ਵਿੱਚ ਉਹ ਨਾਮ ਟਿਕਾ ਗਿਆ, ਜਿੱਥੇ ਉਹ ਜਾਂਦਾ ਉਹ ਇਸੇ ਤਰ੍ਹਾਂ ਹੀ ਮਹਿਸੂਸ ਕਰਦਾ ਸੰਸਾਰ ਦੇ ਵਿੱਚ, ਮੇਰਾ ਪ੍ਰੀਤਮ ਪਿਆਰਾ ਮੇਰੇ ਨਾਲ ਹੀ ਹੈ। ਨਾਨਕ ਕੋ ਮਿਲਿਆ ਅੰਤਰਜਾਮੀ। ਨਿਰੰਕਾਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਉਹ ਪਿਆਰੇ ਦੀ ਸ਼ਰਧਾ ਦੇ ਕੇ ਉਹਨੂੰ ਅੰਤਰਜਾਮੀ ਪ੍ਰਭੂ ਨਿਰੰਕਾਰ ਮਿਲ ਜਾਂਦਾ ਹੈ। ਗੌੜੀ ਮਹਲਾ ਪੰਜਵਾਂ, ਜੋ ਪ੍ਰਾਣੀ ਗੋਵਿੰਦ ਤੇ ਆਵੈ, ਪੜਿਆ ਅਨਪੜਿਆ ਪਰਮ ਗਤ ਪਾਵੈ। ਕਿਸੇ ਸਿੱਖ ਨੇ ਪੁੱਛਿਆ, ਸਤਿਗੁਰੂ ਜੀ ਜੇ ਬਹੁਤ ਪੜ੍ਹ ਲਈਏ, ਬੜੇ ਗ੍ਰੰਥਾਂ ਦਾ ਗਿਆਨ ਲੈ ਲਈਏ, ਉਹਦੇ ਨਾਲ ਛੇਤੀ ਮੁਕਤੀ ਹੋ ਜਾਂਦੀ ਸਾਡੀ, ਜਾਂ ਫਿਰ ਅਨਪੜ੍ਹੇ ਰਹਿ ਕੇ ਇਹ ਗ੍ਰੰਥਾਂ ਨੂੰ ਪੜ੍ਹੀਏ ਹੀ ਨਾ ਤਾਂ ਫਿਰ ਸਾਡੀ ਮੁਕਤੀ ਛੇਤੀ ਹੋ ਜਾਏਗੀ। ਸਤਿਗੁਰੂ ਜੀ ਕਿਸ ਤਰ੍ਹਾਂ ਸਾਡੀ ਮੁਕਤੀ ਹੋ ਗਈ? ਨਿਰੰਕਾਰ ਕਹਿੰਦੇ ਨੇ ਜਿਹੜਾ ਜੀਵ, ਜਿਹੜਾ ਸ਼ਰਧਾ ਲਾ ਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਕਰਦਾ, ਜੋ ਪ੍ਰਾਣੀ ਗੋਬਿੰਦ ਧਿਆਵੈ, ਜਿਹੜਾ ਮਨ ਤਨ ਤੇ ਇਕਾਗਰ ਇੱਕ ਸੁਰਤ ਟਿਕਾ ਕੇ, ਇਸ ਮਨ ਨੂੰ ਟਿਕਾ ਕੇ ਉਸ ਇੱਕ ਆਸਣ ਬੈਠ ਕੇ ਨਿਰੰਕਾਰ ਦੀ ਬੰਦਗੀ ਕਰਦਾ, ਕਹਿੰਦੇ ਫਿਰ ਉੱਥੇ ਜ਼ਰੂਰੀ ਨਹੀਂ ਉਹ ਪੜਿਆ ਜਾਂ ਅਨਪੜਿਆ ਹੋਣਾ ਚਾਹੀਦਾ। ਭਾਵੇਂ ਦੋਨਾਂ ਰੂਪਾਂ ਦੇ ਵਿੱਚ ਹੋਵੇ, ਭਾਵੇਂ ਪੜਿਆ ਹੋਵੇ ਚਾਹੇ ਅਨਪੜਿਆ ਹੋਵੇ, ਦੋਨੋਂ ਪਰਮਗਤ ਪਾ ਲੈਂਦੇ ਹਨ, ਉੱਚੀ ਪਦਵੀ ਦੇ ਮਾਲਕ ਬਣ ਜਾਂਦੇ ਹਨ। ਸਾਧੂ ਸੰਗ ਸਿਮਰ ਗੋਪਾਲ, ਬਿਨ ਨਾਵੇਂ ਝੂਠਾ ਤਨ ਮਾਲ। ਇਸ ਕਰਕੇ ਸੰਤਾਂ ਦੇ ਨਾਲ, ਪਰਮੇਸ਼ਰ ਦੇ ਬਖਸ਼ਿਆਂ ਦੇ ਨਾਲ ਬੈਠ ਕੇ ਉਸ ਗੋਪਾਲ, ਗੋ ਧਰਤੀ ਪਾਲਣਹਾਰਾ, ਉਸ ਗੋਪਾਲ ਦੇ ਗੁਣ ਗਾ ਤੇ ਨਾਮ ਤੋਂ ਬਗੈਰ, ਬਿਨ ਨਾਵੇਂ ਝੂਠਾ ਧਨ ਮਾਲਾ। ਜੋ ਕੁਛ ਹੈ ਤੇਰੇ ਕੋਲ ਦੌਲਤ ਹੈ, ਹੋਰ ਤੇਰੇ ਕੋਲ ਬੜਾ ਕੁਛ ਡੰਗਰ ਮਾਲ ਹਨ, ਇਹ ਸਾਰੇ ਕਹਿੰਦੇ ਝੂਠੇ ਹੀ ਹਨ। ਰਹਾਉ ਰੂਪਵੰਤ ਸੋ ਚਤੁਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਪਾਣਾ। ਉਹੀ ਸੰਸਾਰ ਦੇ ਉੱਤੇ ਸੁਚੇਤ ਬੁੱਧੀ ਵਾਲਾ ਤੇ ਸੋਹਣਾ ਹੈ, ਸੁੰਦਰ ਹੈ। ਉਹੀ ਚਤੁਰ, ਚਤੁਰ ਦਾ ਮਤਲਬ ਹੁੰਦਾ ਜਿਹੜੀ ਸੁਚੇਤ ਬੁੱਧੀ, ਉੱਚੀ ਸੁੱਚੀ ਨਿਰਮਲ ਬੁੱਧੀ ਵਾਲਾ ਸਿਆਣਾ ਪੁਰਸ਼ ਉਹੀ ਹੈ, ਜਿਨ ਜਨ, ਜਿਸ ਜਨ ਨੇ ਮਾਨਿਆ ਪ੍ਰਭ ਕਾ ਪਾਣਾ, ਜਿਹਨੇ ਗੁਰੂ ਨਿਰੰਕਾਰ ਦਾ ਪਾਣਾ ਤੇ ਹੁਕਮ ਨੂੰ ਸੱਤ ਕਰਕੇ ਮੰਨ ਲਿਆ। ਜਗ ਮੈਂ ਆਇਆ ਸੋ ਪਰਵਾਨ, ਕਟ ਕਟ ਆਪਣਾ ਸੁਆਮੀ ਜਾਣ। ਕਹਿੰਦੇ ਇਸ ਸੰਸਾਰ ਦੇ ਉੱਤੇ ਆਇਆ ਉਹੀ ਜਿਹੜਾ ਜੀਵ ਹੈ, ਉਹੀ ਪ੍ਰਮਾਣ ਹੈ ਨਿਰੰਕਾਰ ਸੱਚੇ ਪਾਤਸ਼ਾਹ ਨੂੰ, ਜਿਸ ਨੇ ਘਟ ਘਟ ਆਪਣਾ ਸੁਆਮੀ ਜਾਣ। ਹਰ ਘਟ ਦੇ ਵਿੱਚ, ਹਰ ਵਸਤੂ ਦੇ ਵਿੱਚ ਪ੍ਰੀਤਮ ਨਿਰੰਕਾਰ ਵਾਹਿਗੁਰੂ ਦੇ ਦਰਸ਼ਨ ਕੀਤੇ। ਕਹੋ ਨਾਨਕ ਜਾ ਕੇ ਪੂਰਨ ਭਾਗ, ਹਰ ਚਰਣੀ ਤਾ ਕਾ ਮਨ ਲਾਗ। ਨਿਰੰਕਾਰ ਜੀ ਕਹਿੰਦੇ ਨੇ ਉਸ ਜੀਵ ਦੇ ਪੂਰੇ ਭਾਗ ਜਾਗ ਪੈਂਦੇ ਨੇ, ਉਹਦੇ ਪੂਰੇ ਭਾਗ ਬਣ ਜਾਂਦੇ ਨੇ, ਜਿਹੜਾ
ਨਿਰੰਕਾਰ ਦੇ ਚਰਨਾਂ ਦੇ ਨਾਲ, ਨਾਮ ਦੇ ਨਾਲ ਜਿਨ੍ਹਾਂ ਦਾ ਮਨ ਜੁੜ ਗਿਆ, ਲੱਗ ਗਿਆ, ਅਟੁੱਟ ਪਿਆਰ ਪੈ ਗਿਆ। ਗੌੜੀ ਮਹਲਾ ਪੰਜਵਾਂ। ਹਰ ਕੇ ਦਾਸ ਸਿਓ ਸਾਕਤ ਨਹੀਂ ਸੰਗ, ਉਹ ਬਿਖਈ ਉਸ ਰਾਮ ਕੋ ਰੰਗ। ਨਿਰੰਕਾਰ ਕਹਿੰਦੇ ਨੇ ਮਨਮੁਖ ਦੀ ਤਾਂ ਗੁਰਮੁਖ ਦੀ ਕਦੀ ਦੋਸਤੀ ਨਹੀਂ ਹੋ ਸਕਦੀ, ਕਦੀ ਨਹੀਂ ਕਦੇ ਦੋਸਤੀ ਹੋ ਸਕਦੀ, ਇਹਨਾਂ ਦਾ ਸੰਬੰਧ ਨਹੀਂ ਬਣ ਸਕਦਾ। ਕਿ ਤਾਂ ਹੀ ਮਾਰੇ ਕਹਿੰਦੇ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ, ਇਹ ਕਦੀ ਨਹੀਂ ਆਉਂਦਾ। ਕਹਿੰਦੇ ਜਿਹੜੇ ਹਰ ਕੇ ਦਾਸ ਹੈ, ਜਿਹੜੇ ਹਰੀ ਦੇ ਬਖਸ਼ੇ ਹੋਏ, ਹਰੀ ਦੇ ਦਾਸ ਪ੍ਰੀਤਮ ਨੂੰ ਪਿਆਰੇ ਲੱਗਣ ਵਾਲੇ ਜੀਵ ਨੇ, ਉਹਨਾਂ ਨੂੰ ਕਦੀ ਵੀ ਸਾਖਤਾਂ ਦੇ ਨਾਲ, ਮਨਮੁਖਾਂ ਦੇ ਨਾਲ ਸੰਗ ਨਹੀਂ ਹੋ ਸਕਦਾ, ਸੰਬੰਧ ਨਹੀਂ ਬਣ ਸਕਦਾ। ਉਹ ਵਿਖਈ ਉਹ ਰਾਮ ਕੋ ਰੰਗ, ਉਹ ਤਾਂ ਵਿਸ਼ੇ ਵਿਕਾਰਾਂ ਦੇ ਵਿੱਚ ਫਸੇ ਹੋਏ ਨੇ ਮਨਮੁਖ, ਤੇ ਜਿਹੜਾ ਗੁਰਮੁਖ ਉਹ ਰਾਮ ਦੇ ਨੰਗ ਦੇ ਵਿੱਚ, ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਹਰ ਵੇਲੇ ਉਹ ਪ੍ਰਮਾਤਮਾ ਦੀ ਓਟ ਤੇ ਆਸਰਾ ਤੱਕ ਕੇ ਉਸ ਨਾਮ ਦੀ ਹੀ ਆਰਾਧਨਾ ਕਰੀ ਜਾਂਦਾ ਹੈ। ਰਹਾਉ ਮਨ ਅਸਵਾਰ ਜੈਸੇ ਤੁਰੀ ਸਿਗਾਰੀ, ਜੋ ਕਾ ਪੁਰਖ ਪੁਚਾਰੈ ਨਾਰੀ। ਜਿਸ ਤਰ੍ਹਾਂ ਇੱਕ ਪੁਰਸ਼ ਉਹ ਜਿਹੜਾ ਕਦੀ ਵੀ ਘੋੜੀ ਦੇ ਉੱਤੇ ਚੜਿਆ ਨਾ ਹੋਵੇ, ਕਦੀ ਵੀ ਘੋੜੀ ਦੇ ਉੱਤੇ ਨਾ ਚੜਿਆ, ਤੁਰੀ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ, ਉਹ ਕਦੀ ਵੀ ਘੋੜੀ ਦੇ ਉੱਤੇ ਚੜਿਆ ਨਾ ਹੋਵੇ, ਤੇ ਦੂਸਰੇ ਔਰ ਦੇਖੇ ਕਿ ਦੂਸਰਾ ਪੁਰਸ਼ ਹੈ, ਉਸਨੇ ਬੜੀ ਘੋੜੀ ਸਵਾਰੀ ਹੋਈ ਹੈ, ਬਹੁਤ ਸੋਹਣੀ ਬਣਾਈ ਹੋਈ ਹੈ। ਜੋ ਕਾ ਪੁਰਖ ਉਚਾਰੇ ਨਾਰੀ, ਕਹਿੰਦੇ ਉਹ ਇਸ ਕਰਕੇ ਉਹ ਜਿਹੜਾ ਹੈ ਘੋੜੀ ਉੱਤੇ ਚੜ ਕੇ ਥੋੜੇ ਸਮੇਂ ਵਿੱਚ ਬਹੁਤ ਪੈਂਡਾ ਕੱਟ ਲੈਂਦਾ, ਤੇ ਜਿਹੜਾ ਕਦੀ ਘੋੜੀ ਤੇ ਚੜਿਆ ਨਹੀਂ, ਉਹ ਤੁਰ ਕੇ ਉਹਨੂੰ ਤਾਂ ਦੇਰ ਲੱਗੇਗੀ ਨਾ ਉੱਤੇ ਜਾਣ ਤੱਕ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਪੁਰਸ਼ ਉਸ ਪੁਰਸ਼ ਨੂੰ ਕਦੀ ਵੀ ਮਨਮੁਖ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਜਿਹੜਾ ਜੀਵ ਪਿਆਰ ਵਾਲੀਆਂ ਗੱਲਾਂ ਕਰਦਾ ਹੈ, ਜਿਹੜੇ ਨਿਰੰਕਾਰ ਦੀ ਵਡਿਆਈ ਦੀਆਂ ਗੱਲਾਂ ਕਰਦਾ, ਉਹਨੂੰ ਉਹਦੇ ਮਨ ਨੂੰ ਨਹੀਂ ਪਾਉਂਦੀਆਂ, ਉਹਨਾਂ ਦਾ ਫਿਰ ਇਸ ਕਰਕੇ ਉਹ ਨਹੀਂ ਪਾਉਂਦੀਆਂ। ਤੇ ਜਿਹੜਾ ਗੁਰਮੁਖ ਹੈ ਉਸ ਨੂੰ ਗੱਲਾਂ ਹੀ ਉਹ ਸਿਰਫ ਚੰਗੀਆਂ ਲੱਗਦੀਆਂ ਨੇ, ਉਹ ਸਿਰਫ ਸਤਿਗੁਰ ਦੀ ਵਡਿਆਈ ਕਰਕੇ ਤੇ ਸੁਣ ਕੇ ਜੀਂਦਾ। ਇਸ ਕਰਕੇ ਕਹਿੰਦੇ ਨੇ ਇਹ ਦੋਨਾਂ ਦਾ ਕਦੀ ਵੀ ਮੇਲ ਨਹੀਂ ਹੋ ਸਕਦਾ। ਬੈਲ ਕੋ ਨੇਤਰਾਂ ਪਾਏ ਦੁਹਾਵੈ, ਗਊਚਰ ਸਿੰਘ ਪਾਛੈ ਪਾਵੈ। ਕਹਿੰਦੇ ਬੈਲ ਕੋ ਨੇਤਰਾਂ ਪਾਏ ਦੁਹਾਵੈ, ਜਿਵੇਂ ਇੱਕ ਪੁਰਸ਼ ਬੈਲਾਂ ਨੂੰ ਜਿਹੜੇ ਬੋਲਦੇ ਨੇ ਉਹਨਾਂ ਨੂੰ ਚਰਾ ਰਿਹਾ ਹੋਵੇ, ਤੇ ਦੂਜਾ ਪੁਰਸ਼ ਜਿਹੜਾ ਹੈ ਗਊ ਦੀਆਂ ਲੱਤਾਂ ਦੇ ਵਿੱਚ ਨੇਤਰਾ ਕਹਿੰਦੇ ਨੇ, ਉਹ ਇੱਕ ਆਪਾਂ ਪਾ ਲੈਂਦੇ ਰੱਸਾ ਪਾ ਕੇ ਉਹਨੂੰ ਬੰਨ ਲੈਂਦੇ ਹਾਂ, ਤੇ ਉਹ ਜਿਹੜਾ ਨੇਤਰਾ ਹੁੰਦਾ, ਨੇਤਰਾ ਵੈਸੇ ਨਾਲ ਇੱਕ ਹੋਰ ਚੀਜ਼ ਨੂੰ ਵੀ ਬਾਰਕ ਨੇ ਕਿਹਾ, ਉਹ ਬੱਚੇ ਨੂੰ ਕਿਹਾ। ਕਹਿੰਦੇ ਉਹ ਜਿਹੜਾ ਬੱਚਾ ਹੁੰਦਾ ਉਹ ਜਿਹੜਾ ਦੁੱਧ ਚੁੰਗਦਾ ਹੈ, ਔਰ ਇਸ ਤਰ੍ਹਾਂ ਕਹਿੰਦੇ ਗਊ ਚਾਰ ਸਿੰਘ ਪਾਛੇ ਪਾਵੇ, ਕਹਿੰਦੇ ਗਊਆਂ ਚਾਰ ਕੇ ਉਹ ਬੱਚੇ ਨੂੰ ਦੁੱਧ ਪਿਲਾ ਕੇ ਜਿਸ ਵੇਲੇ ਦੂਜਾ ਪੁਰਸ਼ ਘਰ ਨੂੰ ਆਉਂਦਾ, ਜਦੋਂ ਘਰ ਨੂੰ ਵਾਪਸ ਆਉਂਦਾ ਕੀ ਹੁੰਦਾ ਹੈ, ਸ਼ੇਰ ਦੇ ਪਿੱਛੇ ਪੈਂਦਾ, ਪਰ ਸ਼ੇਰ ਦਾ ਸ਼ਿਕਾਰ ਖੇਡਦਾ ਹੈ। ਇਸ ਕਰਕੇ ਇੱਕ ਗਊਆਂ ਨੂੰ ਚਰਾਉਂਦਾ ਹੈ, ਇੱਕ ਸ਼ੇਰ ਦਾ ਸ਼ਿਕਾਰ ਖੇਡਦਾ। ਗੁਰੂ ਜੀ ਕਹਿੰਦੇ ਨੇ ਇੱਕ ਗਊਆਂ ਨੇ ਨੇਤਰਾ ਪਾ ਕੇ ਉਸ ਬੱਚਿਆਂ ਨੂੰ ਦੁੱਧ ਪਿਆ ਹੁੰਦਾ ਹੈ, ਇੱਕ ਜਿਹੜਾ ਹੈ ਉਹ ਏਡਾ ਵਿਦਵਾਨ, ਆਪਣੇ ਆਪ ਨੂੰ ਬਲਵਾਨ ਸਮਝਦਾ, ਕੋਈ ਸ਼ੇਰ ਦਾ ਸ਼ਿਕਾਰ ਕੱਢ ਕੇ ਸ਼ੇਰ ਦੇ ਮਗਰ ਭੱਜਦਾ ਹੈ। ਸੋ ਇਹਨਾਂ ਦਾ ਆਪਸ ਵਿੱਚ ਸੰਬੰਧ ਦੋਨਾਂ ਦਾ ਭਾਈ ਕੀ ਕੋਈ ਨਹੀਂ ਹੈ। ਗਾਡਰ ਲੈ ਕਾਮ ਤੇਨ ਕਰ ਪੂਜੀ, ਸੌਦੇ ਕੋ ਤਾਵੇ ਬਿਨ ਪੂੰਜੀ। ਕਹਿੰਦੇ ਹੁਣ ਇੱਕ ਜੀਵ ਹੈ ਸੰਸਾਰ ਦੇ ਉੱਤੇ ਜਿਹੜਾ ਗਾਡਰ ਕਹਿੰਦੇ ਨੇ ਭੇਡਾਂ ਨੂੰ, ਉਹ ਭੇਡਾਂ ਨੂੰ ਲੈ ਕੇ ਜਾਂਦਾ, ਚਰਾਉਂਦਾ ਹੈ। ਤੇ ਇੱਕ ਐਸਾ ਹੈ ਜਿਹੜਾ ਭੇਡਾਂ ਨੂੰ ਵੀ ਚਰਾਉਂਦਾ ਨਹੀਂ, ਉਹ ਕਾਮ ਧੇਨ ਗਊ ਦੀ ਪੱਥਰ ਦੀ ਗਾਂ ਬਣੀ ਹੋਈ ਹੈ, ਉਹਦੀ ਪੂਜਾ ਕਰੀ ਜਾਂਦਾ ਹੈ। ਭਾਈ ਇਹਨਾਂ ਦੋਨਾਂ ਦਾ ਆਪਸ ਵਿੱਚ ਕੀ ਸੰਬੰਧ ਹੈ? ਕੋਈ ਵੀ ਨਹੀਂ। ਸੌਦੇ ਕੋ ਧਾਵੇ ਬਿਨ ਪੂੰਜੀ, ਇਹ ਤਾਂ ਇਸ ਤਰ੍ਹਾਂ ਹੈ ਕਿ ਸੌਦਾ ਖਰੀਦਿਆ ਪਰ ਮਾਇਆ ਕੋਲ ਨਹੀਂ ਖਰੀਦਣ ਵਾਸਤੇ, ਤੇ ਉਹ ਦੁਕਾਨਦਾਰ ਕੀ ਸੌਦਾ ਦਊਗਾ? ਨਹੀਂ ਦਊਗਾ। ਨਾਨਕ ਰਾਮ ਨਾਮ ਜਪ ਚੀਤ, ਸਿਮਰ ਸੁਆਮੀ ਹਰ ਸਾਮੀਤ। ਨਿਰੰਕਾਰ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਬੜੇ ਬੇਅੰਤ ਅਰਥ ਕੱਢੇ ਨੇ, ਪਰ ਜਦੋਂ ਇਹ ਅਰਥ ਆਪਾਂ ਉਹੋ ਹੀ ਮਤਾਂ ਨਾਲ ਸਾਂਝੇ ਕੀਤੇ, ਸਿਰਫ ਜਿਹੜੇ ਕਿ ਸਿੰਪਲ ਹੋ, ਜਿਨ੍ਹਾਂ ਦੀ ਛੇਤੀ ਸਮਝ ਆ ਜਾਵੇ। ਨਹੀਂ, ਜਦੋਂ ਆਪਾਂ ਡੰਗਿਆਈ ਦੇ ਵਿੱਚ ਜਾਵਾਂਗੇ ਭਾਈ, ਇਹ ਤਾਂ ਬਹੁਤ ਡੂੰਘੇ ਲਫ਼ਜ਼ ਦੇ ਅਰਥ ਨਿਕਲਦੇ। ਪਰ ਦੱਸਣ ਦੀ ਗੱਲ ਇਹ ਕਰਦੇ ਮਹਾਰਾਜ, ਇੱਕ ਗਊਆਂ ਨੂੰ ਚਰਾਉਣ ਵਾਲਾ ਤੇ ਇੱਕ ਸ਼ੇਰਾਂ ਦਾ ਸ਼ਿਕਾਰ ਖੇਡਣ ਵਾਲਾ, ਇਹਨਾਂ ਦੋਨਾਂ ਦਾ ਮਿਲਾਪ ਨਹੀਂ ਹੋ ਸਕਦਾ।
ਇੱਕ ਬੰਦਾ ਸਮਾਨ ਲੈਣ ਜਾਂਦਾ ਪਰ ਕੋਲ ਮਾਇਆ ਨਹੀਂ ਸਮਾਨ ਖਰੀਦਣ ਦੀ, ਇਸ ਕਰਕੇ ਉਹ ਜਿਹੜਾ ਦੁਕਾਨਦਾਰ ਹੈ ਉਹਨੂੰ ਸਮਾਨ ਨਹੀਂ ਦਿੰਦਾ। ਇਹਨਾਂ ਦੋਨਾਂ ਦਾ ਕੀ ਆਪਸ ਵਿੱਚ ਸੰਬੰਧ ਹੈ? ਇੱਕ ਭੇਡਾਂ ਨੂੰ ਚਰਾ ਕੇ ਆਉਂਦਾ, ਇੱਕ ਪੱਥਰ ਦੀ ਗਾਂ ਦੇ ਲਾਗੇ ਜੇ ਬੈਠ ਕੇ ਉਹਦੀ ਪੂਜਾ ਕਰੀ ਜਾਂਦਾ। ਇਹਨਾਂ ਦੋਨਾਂ ਦਾ ਕੀ ਸੰਬੰਧ ਹੈ? ਇਸੇ ਤਰ੍ਹਾਂ ਕਹਿੰਦੇ ਜਿਹੜਾ ਮਨਮੁਖ ਹੈ ਤੇ ਗੁਰਮੁਖ ਜਿਹੜਾ, ਇਹਨਾਂ ਦਾ ਕੋਈ ਸੰਬੰਧ ਨਹੀਂ ਸੰਸਾਰ ਦੇ ਉੱਤੇ ਪੈ ਸਕਦਾ। ਸੋ ਨਿਰੰਕਾਰ ਜੀ ਕਹਿੰਦੇ ਨੇ, ਜਿਸ ਵੇਲੇ ਆਪਾਂ ਨੂੰ ਇਹ ਸਮਝਾਉਂਦੇ ਨੇ, ਆਪਾਂ ਜਦੋਂ ਰਹਿਤ ਮਰਜ਼ਾਦਾ ਵੀ 10ਵੇਂ ਪਾਤਸ਼ਾਹ ਦੀ ਪੜ੍ਹਦੇ ਉਹਦੇ ਵਿੱਚ ਆਪਾਂ ਨੂੰ ਲਿਖਿਆ ਕੜੀ ਕੁੜੀ ਮਾਰ ਨੜੀ ਮਾਰ ਸਿਰ ਗੁੰਮ, ਇਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਹੋ ਸਕਦੀ। ਇਹ ਕਿਉਂਕਿ ਇਹਨਾਂ ਨੂੰ ਮਨਮੁਖਾਂ ਦਾ ਰੂਪ ਦਿੱਤਾ ਹੋਇਆ ਹੈ। ਗੁਰਮੁਖ ਦੇ ਘਰ ਦੇ ਵਿੱਚ ਹੀ ਬੱਚਾ ਵਿਆਹਵੇ, ਮਾਲਕ ਨੇ ਸਾਰੀਆਂ, ਪਰ ਅਸੀਂ ਕਰਦੇ ਨਹੀਂ ਇਹ, ਕਿਉਂਕਿ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਚੱਲਦੇ ਨਹੀਂ ਹਾਂ। ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਸਭ ਕੁਝ ਲਿਖਿਆ ਹੋਇਆ ਹੈ। ਕਹਿੰਦੇ ਨਾਨਕ ਰਾਮ ਨਾਮ ਜਪ ਚੀਤ, ਇਹ ਸੰਸਾਰ ਦੇ ਜੀਵਾ ਭਾਵੇਂ ਤੂੰ ਮਨਮੁਖਾ ਹੈ ਤੇ ਚਾਹੇ ਭਾਵੇਂ ਤੂੰ ਗੁਰਮੁਖ ਹੈ, ਤੂੰ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਹਿਰਦੇ ਦੇ ਵਿੱਚ ਟਿਕਾ ਕੇ ਸਿਮਰਨ ਕਰ। ਜੇ ਮਨਮੁਖ ਹੈ ਫੇਰ ਵੀ ਤੈਨੂੰ ਤਾਰ ਲੂ ਨਿਰੰਕਾਰ, ਤੈਨੂੰ ਫੇਰ ਵੀ ਗਿਆਨ ਦੇ ਕੇ ਇਸ ਸੰਸਾਰ ਦੇ ਉੱਤੋਂ ਭਵਸਾਗਰ ਤੋਂ ਪਾਰ ਲਾ ਦੂੰ। ਪਰ ਜੇ ਤੂੰ ਗੁਰਮੁਖ ਹੈ ਫੇਰ ਤਾਂ ਲੱਗਣਾ ਹੀ ਲੱਗਣਾ, ਨਿਰੰਕਾਰ ਨੇ ਤੇਰੀ ਬਾਂਹ ਫੜੀ ਹੋਈ ਹੈ, ਤੂੰ ਨਿਰੰਕਾਰ ਦਾ ਹੰਝਲ ਫੜਿਆ ਹੋਇਆ। ਸਿਮਰ ਸੁਆਮੀ ਹਰਿ ਸਾ ਮੀਤ, ਉਹ ਜਿਹੜਾ ਮਿੱਤਰ ਹੈ ਸਾਰਿਆਂ ਦਾ ਮਿੱਤਰ ਸੁਆਮੀ ਨਿਰੰਕਾਰ, ਉਹਦਾ ਹਰ ਵੇਲੇ ਸਿਮਰਨ ਕਰ। ਗੌੜੀ ਮਹੱਲਾ ਪੰਜਵਾਂ, ਸਾਮਤ ਨਿਰਮਲ ਕਹਿਤ ਤੀਰ, ਰਾਮ ਰਸਾਇਣ ਪੀਵਤ ਬੀਰ। ਉਹੀ ਮਤ ਉੱਚੀ ਤੇ ਨਿਰਮਲ ਕਹੀ ਜਾ ਸਕਦੀ ਹੈ ਜਿਹੜੀ ਪ੍ਰਮਾਤਮਾ ਦੇ ਨਾਮ ਦਾ ਅੰਮ੍ਰਿਤ ਹਰ ਵੇਲੇ ਪੀ ਰਹੀ ਹੈ। ਹਰ ਕੀ ਚਰਨ ਹਿਰਦੇ ਕਰ ਓਟ, ਜਨਮ ਮਰਨ ਤੇ ਹੋਵਤ ਛੋਟ। ਪ੍ਰੀਤਮ ਦੇ ਚਰਨ ਉਹ ਸ਼ਬਦ ਹਿਰਦੇ ਦੇ ਵਿੱਚ ਟਿਕਾ ਕੇ ਉਹਦੀ ਓਟ ਤੇ ਆਸਰਾ ਜਿਸ ਨੇ ਬਣਾਇਆ ਹੈ, ਉਹ ਸਦਾ ਹੀ ਜਨਮ ਮਰਨ ਦੇ ਚੱਕਰਾਂ ਤੋਂ ਛੁੱਟ ਜਾਂਦਾ ਹੈ। ਰਹਾਉ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ, ਰਾਮ ਰੰਗ ਨਿਰਮਲ ਪ੍ਰਤਾਪ। ਉਹ ਤਨ ਨਿਰਮਲ ਹੈ ਜਿਹਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ, ਉਹਨੂੰ ਕਿਸੇ ਤਰ੍ਹਾਂ ਦਾ ਪਾਪ ਆਣ ਕੇ ਨਹੀਂ, ਸੰਤਾਪ ਆਣ ਕੇ ਨਹੀਂ ਛੂ ਸਕਦਾ। ਰਾਮ ਰੰਗ ਨਿਰਮਲ ਪ੍ਰਤਾਪ, ਜਿਹਨੇ ਆਇਸ ਮਨ ਨੂੰ ਰਾਮ ਪ੍ਰਭੂ ਸਭ ਦੇ ਵਿੱਚ ਰਵੇ ਹੋਏ ਰਾਮ ਪ੍ਰਭੂ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਰੱਖ ਲਿਆ, ਜਿਸ ਦਾ ਉਹ ਹਰ ਵੇਲੇ ਪਵਿੱਤਰ ਜਸ ਗਾ ਰਿਹਾ ਹੈ ਜੀਵ। ਸਾਧ ਸੰਗ ਮਿਟ ਜਾਤ ਵਿਕਾਰ, ਸਭ ਤੇ ਊਚ ਇਹੋ ਉਪਕਾਰ। ਸਾਧ ਸੰਗ ਮਿਟ ਜਾਤ ਵਿਕਾਰ, ਸਾਧ ਸੰਗਤ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੇ ਗੁਣ ਗਾਉਣ ਦੇ ਨਾਲ ਸਾਰੇ ਵਿਕਾਰ ਖਤਮ ਹੋ ਜਾਂਦੇ ਨੇ ਤੇ ਸਭ ਤੇ ਊਚ ਇਹੋ ਉਪਕਾਰ। ਸਾਰੇ ਪਰਉਪਕਾਰ ਕਰਨਾ ਤੋਂ ਸਭ ਤੋਂ ਉੱਚਾ ਇਹ ਉਪਕਾਰ ਹੈ। ਇਹ ਕਾਰਜ ਹੈ ਕਿ ਨਿਰੰਕਾਰ ਸੱਚੇ ਪਾਤਸ਼ਾਹ ਦੀ ਪ੍ਰੇਮਾ ਭਗਤੀ ਕਰੋ। ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਜਾਚੈ ਸਾਦਰਵਾਲ। ਨਿਰੰਕਾਰ ਕਿਰਪਾ ਕਰਦੇ ਨੇ ਜਿਹੜੇ ਉਸ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਰਤੇ ਹੋਏ ਨਿਰੰਗੇ ਹੋਏ ਨੇ। ਨਾਨਕ ਜਾਚੇ ਸਾਦਰਵਾਲ, ਕਹਿੰਦੇ ਸਾਧੂ ਸੰਤ ਵੀ ਉਹਦੇ ਚਰਨਾਂ ਦੀ ਧੂੜ ਟੋਲਦੇ ਨੇ, ਮੰਗਦੇ ਹਨ। ਗੌੜੀ ਮਹੱਲਾ ਪੰਜਵਾਂ, ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲੈ ਪੂਰਨ ਵਡ ਭਾਗੀ। ਐਸੀ ਪ੍ਰੀਤ ਵਾਹਿਗੁਰੂ ਸੱਚੇ ਪਾਤਸ਼ਾਹ ਗੋਬਿੰਦ, ਗੋ ਧਰਤੀ ਵਿੰਦ ਪਾਲਣਹਾਰਾ, ਕਹਿੰਦਾ ਉਹਦੇ ਨਾਲ ਲੱਗ ਗਈ ਜੀਵ ਦੀ, ਵੱਡੇ ਭਾਗਾਂ ਵਾਲਾ ਪੁਰਸ਼ ਬਣ ਜਾਂਦਾ। ਮੇਲ ਲੈ ਪੂਰਨ ਵਡ ਭਾਗੀ, ਉਹ ਵੱਡੇ ਭਾਗਾਂ ਵਾਲੇ ਪੁਰਸ਼ ਨੂੰ ਨਿਰੰਕਾਰ ਵਾਹਿਗੁਰੂ ਜੀ ਆਪਣੇ ਵਿੱਚ ਅਭੇਦ ਕਰ ਲੈਂਦੇ ਹਨ। ਰਹਾਉ ਪਰਤਾ ਪੇਖ ਬਿਗਸੇ ਜੋ ਨਾਰੀ, ਤਿਉ ਹਰ ਜਨ ਜੀਵੈ ਨਾਮ ਚਿਤਾਰੀ। ਜਿਸ ਤਰ੍ਹਾਂ ਇੱਕ ਔਰਤ ਆਪਣੇ ਪਤੀ ਨੂੰ ਦੇਖ ਕੇ ਖੁਸ਼ ਹੁੰਦੀ ਹੈ, ਹੱਸਦੀ ਹੈ, ਔਰ ਕਿਉਂਕਿ ਮਨ ਦੇ ਵਿੱਚ ਉਹ ਸੰਕਲਪ ਦੂਰ ਹੋ ਜਾਂਦਾ ਵੀ ਮੇਰੇ ਕੋਲ ਦੂਰ ਗਿਆ ਸੀ, ਇਹ ਹੁਣ ਆ ਗਿਆ ਵਾਪਸ, ਤੇ ਉਹ ਫਿਰ ਆਨੰਦ ਦੇ ਵਿੱਚ ਆ ਜਾਂਦੀ, ਖੁਸ਼ ਹੁੰਦੀ ਹੈ ਉਹਨੂੰ ਦੇਖ ਕੇ। ਉਹ ਕਹਿੰਦੇ ਤਿਉ ਹਰ ਜਨ ਜੀਵੇ ਨਾਮ ਚਿਤਾਰੀ, ਕਹਿੰਦੇ ਇਸੇ ਤਰ੍ਹਾਂ ਏਦੂ ਆਨੰਦ ਦੇ ਵਿੱਚ, ਖੁਸ਼ੀ ਦੀ ਲਹਿਰ ਦੇ ਵਿੱਚ ਜਿਹੜੇ ਸਤਿਗੁਰ ਦੇ ਜੀਵ ਨੇ, ਉਹ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਨਾਮ ਨੂੰ ਚਿਤਾਰ ਕੇ ਜਪ ਕੇ ਹੀ ਜਿਉਂਦੇ ਹਨ। ਪੂਤ ਪੇਖ ਜਿਉ ਜੀਵਤ ਮਾਤਾ, ਓਤ ਪੋਤ ਜਨ ਹਰ ਸਿਉ ਰਾਤਾ। ਜਿਹਦਾ ਆਪਣੇ ਪੁੱਤਰ ਨੂੰ ਦੇਖ ਕੇ ਮਾਤਾ ਜਿਹੜੀ ਪੁੱਤਰ ਭੋਜਨ ਖਾਂਦਾ, ਜਿਸ ਵੇਲੇ ਪੁੱਤਰ ਖੇਡਦਾ ਹੈ, ਮਾਂ ਦੇਖ ਕੇ ਬੜੀ ਖੁਸ਼ ਹੁੰਦੀ ਹੈ, ਬਹੁਤ ਖੁਸ਼ ਹੁੰਦੀ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜੇ ਹਰੀ ਦੇ ਸੇਵਕ ਨੇ, ਉਹ ਪ੍ਰਮਾਤਮਾ ਨਿਰੰਕਾਰ ਦੇ ਨਾਮ ਦੇ ਨਾਲ ਓਤ ਪੋਤ ਜਨ ਹਰ ਸਿਉ ਰਾਤਾ,
ਉਹ ਕਹਿੰਦੇ ਇਸੇ ਤਰ੍ਹਾਂ ਜਿੱਦਾਂ ਤਾਣਾ ਤਣਿਆ ਹੁੰਦਾ ਨਾ ਕੱਪੜੇ ਬੁਣਨ ਵਾਸਤੇ, ਕਹਿੰਦਾ ਇਦਾਂ ਹੀ ਉਹ ਪ੍ਰਮਾਤਮਾ ਦੇ ਨਾਲ ਉਹ ਜੁੜੇ ਹੋਏ ਹੁੰਦੇ ਹਨ। ਲੋਭੀ ਅਨੰਦ ਕਰੇ ਪੀਖ ਤਨਾ, ਜਨ ਚਰਨ ਕਮਲ ਸਿਉ ਲਾਗੋ ਮਨਾ। ਜਿੱਦਾਂ ਇੱਕ ਲੋਭੀ ਬਹੁਤ ਧਨ ਉਹਨੂੰ ਮਿਲ ਜਾਵੇ, ਗਠੜੀ ਉਹਨੂੰ ਧਨ ਦੀ ਮਿਲ ਜਾਵੇ, ਬੜਾ ਖੁਸ਼ ਹੁੰਦਾ ਦੇਖ ਕੇ, ਉਹਨੂੰ ਬੜਾ ਆਨੰਦ ਭੋਗਦਾ। ਇਸੇ ਤਰ੍ਹਾਂ ਕਹਿੰਦੇ ਜਿਹੜੇ ਸਤਿਗੁਰ ਦੇ ਜਨ ਨੇ, ਉਸ ਵਾਹਿਗੁਰੂ ਦੇ ਨਾਮ ਸਿਮਰਨ ਵਾਲੇ ਜਨ ਨੇ ਜਿਹੜੇ ਨੇ, ਉਹ ਜਦੋਂ ਨਾਮ ਨੂੰ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ, ਜਨ ਚਰਨ ਕਮਲ ਸਿਉ ਲਾਗੋ ਮਨਾ, ਉਹ ਜਦੋਂ ਨਾਮ ਦੇ ਨਾਲ ਜੁੜ ਜਾਂਦੇ ਨੇ, ਮਨ ਕਮਲ ਦੇ ਫੁੱਲ ਵਾਂਗੂ ਖਿੜ ਜਾਂਦਾ ਹੈ ਤੇ ਮਨ ਆਨੰਦ ਦੇ ਵਿੱਚ, ਹਰ ਵੇਲੇ ਆਨੰਦ ਦੇ ਵਿੱਚ ਹੀ ਜੁੜ ਕੇ ਉਹ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਹੈ। ਵਿਸਰ ਨਹੀਂ ਕਤਿਲ ਦਾਤਾਰ, ਨਾਨਕ ਕੇ ਪ੍ਰਭ ਪ੍ਰਾਨ ਆਧਾਰ। ਜਿਹੜੇ ਇੱਕ ਤਿਲ ਮਾਤਰ ਸਮਾਂ ਵੀ ਪ੍ਰਮਾਤਮਾ ਨੂੰ ਨਹੀਂ ਭੁੱਲਦੇ, ਉਹ ਜੀਵ ਵਡਭਾਗੀ ਤੇ ਜਨ ਨੇ ਤੂੰ ਸੰਸਾਰ ਦੇ ਉੱਤੇ ਇੱਕ ਮਤਾ ਵੀ। ਜਾਂ ਇੱਥੇ ਆਪਾਂ ਇਦਾਂ ਕਹਿ ਲਈਏ, ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਕਹਿੰਦੇ ਨੇ ਭਈ ਤੂੰ ਇੱਕ ਤਿਲ ਜਿੰਨਾ ਸਮਾਂ, ਅੱਖ ਚਮਕਣ ਜਿੰਨਾ ਸਮਾਂ ਵੀ ਉਹ ਪ੍ਰਮਾਤਮਾ ਵਾਹਿਗੁਰੂ ਨੂੰ ਨਾ ਭੁੱਲ। ਤੇ ਕਿਉਂ? ਨਾਨਕ ਕੇ ਪ੍ਰਾਣ ਆਧਾਰ, ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਮਾਤਮਾ ਤੇਰੇ ਨਾਮ ਦਾ ਆਸਰਾ ਹੈ। ਚਲੋ ਜੀ। ਗੌੜੀ ਮਹਲਾ ਪੰਜਵਾਂ, ਰਾਮ ਰਸਾਇਣ ਜੋ ਜਨ ਗੀਦੇ, ਚਰਨ ਕਮਲ ਪ੍ਰੇਮ ਭਗਤੀ ਬੀਤੇ। ਜਿਨ੍ਹਾਂ ਦੇ ਮਨ ਦੇ ਵਿੱਚ, ਹਿਰਦੇ ਦੇ ਵਿੱਚ, ਇਸ ਘਰ ਦੇ ਵਿੱਚ ਉਹ ਪ੍ਰਮਾਤਮਾ ਨਿਰੰਕਾਰ ਦਾ ਜਿਹੜਾ ਨਾਮ ਹੈ ਤੇ ਉਹ ਜਿਹੜਾ ਰਾਮ ਹੈ, ਜਿਹੜਾ ਅੰਦਰ ਹੀ ਬੈਠਾ ਗੁਪਤ ਰੂਪ ਦੇ ਵਿੱਚ, ਨਾਮ ਵੀ ਗੁਪਤ ਰੂਪ ਦੇ ਵਿੱਚ ਹੈ, ਸੋ ਜਨ ਗੀਦੇ। ਗੀਦੇ ਕਹਿੰਦੇ ਨੇ ਉਹ ਆਨੰਦ ਦੇ ਵਿੱਚ ਹਨ ਜਿਹੜੇ ਜੀਵ, ਤੇ ਉਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹਰ ਵੇਲੇ, ਉਹਨਾਂ ਦਾ ਮਨ ਹਰ ਵੇਲੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ, ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਵਿਧਿਆ ਰਹਿੰਦਾ ਹੈ। ਵਿਧਿਆ ਇਸੇ ਤਰ੍ਹਾਂ ਰਹਿੰਦਾ ਹੁੰਦਾ ਕਿ ਜਾਣ ਕੇ ਇੱਕ ਸੁਰਤ ਟਿਕਾ ਕੇ ਉਹ ਨਿਰੰਕਾਰ ਦੇ ਚਰਨਾਂ ਦੇ ਵਿੱਚ ਬੰਦਗੀ ਸਰੂਪ ਦੇ ਵਿੱਚ ਬੈਠੇ ਰਹਿੰਦੇ ਹਨ। ਰਹਾਉ ਆਨ ਰਸਾਦੀ ਸੇ ਸਭ ਸ਼ਾਰ, ਨਾਮ ਬਿਨਾ ਨੇ ਫਲ ਸੰਸਾਰ। ਵਾਹਿਗੁਰੂ ਜੀ ਕਹਿੰਦੇ ਨੇ ਵੀ ਆਨ ਰਸਾਦੀ ਸੇ ਸਭ ਸ਼ਾਰ, ਨਾਮ ਦੇ ਰਸ ਤੋਂ ਬਗੈਰ ਜਿੰਨੇ ਵੀ ਬਾਕੀ ਰਸ ਨੇ ਸਭ ਸ਼ਾਰ ਨੇ, ਸੁਆਹ ਨੇ। ਇਹਨਾਂ ਨੂੰ ਸਵਾਹ ਰੂਪੀ ਹੀ ਆਪਾਂ ਨੂੰ ਦੇਖਣਾ ਚਾਹੀਦਾ, ਕਿਉਂਕਿ ਕਿਤੇ ਕੰਮ ਨਹੀਂ ਆਉਣ ਵਾਲੇ। ਨਾਮ ਬਿਨਾ ਨਿਫਲ ਸੰਸਾਰ, ਨਾਮ ਤੋਂ ਬਗੈਰ ਇਹ ਸੰਸਾਰ ਵੀ ਸਾਰਾ ਜਿਹੜਾ ਬੇਕਾਰ ਹੈ। ਅੰਧਕੂਪ ਤੇ ਕਾਢੇ ਆਪ, ਗੁਣ ਗੋਵਿੰਦ ਅਚਰਜ ਪ੍ਰਤਾਪ। ਇਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੇ ਪਿਆਰਿਆਂ ਦੇ ਉੱਤੇ ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਨੇ, ਉਹਨਾਂ ਨੂੰ ਅੰਨੇ ਖੂਹ ਤੋਂ, ਅੰਧਕੂਪ ਹਨੇਰੇ ਵਾਲੇ ਸੰਸਾਰ ਤੋਂ ਆਪ ਬਾਹ ਫੜ ਕੇ ਉਹਨਾਂ ਦੀ ਕੱਢ ਲੈਂਦੇ ਨੇ। ਗੁਣ ਗੋਬਿੰਦ ਅਚਰਜ ਪ੍ਰਤਾਪ, ਉਹ ਜਿਹੜੇ ਜੀਵ ਨੇ ਸਤਿਗੁਰ ਨਿਰੰਕਾਰ ਦੇ ਗੁਣੀ ਦੇਖ ਦੇਖ ਕੇ ਅਸਚਰਜ ਹੋ ਜਾਂਦੇ ਨੇ। ਔਰ ਉਹ ਅਸਚਰਜ ਪ੍ਰਮਾਤਮਾ ਦਾ ਇਹ ਵੀ ਗੁਣ ਹੈ ਭਾਈ, ਇਹ ਵੀ ਉਹਦੀ ਹੀ ਕਿਰਪਾ ਹੈ ਕਿ ਉਹ ਇਹ ਜਿਹੜਾ ਹਨੇਰਾ ਖੂਹ ਹੈ ਸੰਸਾਰ, ਇਹਦੇ ਵਿੱਚੋਂ ਆਪ ਹੀ ਕੱਢ ਲੈਂਦੇ ਹਨ। ਵਣ ਤ੍ਰਿਣ ਤ੍ਰੇ ਪਵਨ ਪੂਰਨ ਗੋਪਾਲ, ਬ੍ਰਹਮ ਪਸਾਰ ਜੀ ਸੰਗ ਦਇਆਲ। ਵਣਾਂ ਦੇ ਵਿੱਚ ਤ੍ਰਿਣ ਕਹਿੰਦੇ ਨੇ ਘਾਹ ਫੂਸ, ਤੇ ਤ੍ਰੈ ਭਿਵਣ, ਔਰ ਇੱਥੇ ਨਾਲ ਇਹ ਤਿੰਨੇ ਲੋਕਾਂ ਦੀ ਗੱਲ ਕਰ ਦਿੱਤੀ ਮਹਾਰਾਜ ਨੇ। ਕਹਿੰਦੇ ਵਣਾਂ ਦੇ ਵਿੱਚ, ਘਾਹ ਫੂਸ ਦੇ ਵਿੱਚ ਵੀ ਦੇਖੋ ਕਿੱਡੀ ਦੂਰ ਤੱਕ ਨਿਰੰਕਾਰ ਸਾਨੂੰ ਗਿਆਨ ਦਿੰਦੇ ਨੇ। ਘਾਹ ਫੂਸ ਦੇ ਵਿੱਚ ਵੀ ਕਹਿੰਦੇ ਉਹ ਪ੍ਰੀਤਮ ਹੈ, ਵਣਾਂ ਦੇ ਵਿੱਚ, ਵਿਰਸ਼ਾਂ ਦੇ ਵਿੱਚ ਵੀ ਉਹ ਪ੍ਰੀਤਮ ਹੈ, ਤਿੰਨਾਂ ਭਵਨਾਂ ਦੇ ਵਿੱਚ ਉਹ ਪੂਰਨ ਗੋਪਾਲ ਹੈ। ਉਹ ਇਹਨਾਂ ਨੂੰ ਬਣਾ ਕੇ ਇਹਨਾਂ ਦੀ ਪਾਲਣਾ ਕਰਨ ਵਾਲਾ ਉਹ ਹੈ। ਬ੍ਰਹਮ ਪਸਾਰ ਜੀ ਸੰਗ ਦਿਆਲ, ਉਹ ਜਿਹੜਾ ਬ੍ਰਹਮ ਹੈ ਨਿਰੰਕਾਰ ਸੱਚੇ ਪਾਤਸ਼ਾਹ, ਇਹ ਸੰਸਾਰ ਉਹਦਾ ਹੀ ਪਸਾਰਾ ਹੈ ਸਾਰਾ। ਬ੍ਰਹਮ ਪਸਾਰ ਇਹਦਾ ਮਤਲਬ ਉਹਦਾ ਹੀ ਬਣਾਇਆ ਹੋਇਆ ਹੈ, ਤੇ ਉਹੀ ਦਿਆਲੂ ਕਿਰਪਾਲੂ ਸਾਰਿਆਂ ਦੇ ਅੰਗ ਸੰਗ ਹਨ। ਕਹੋ ਨਾਨਕ ਸਾ ਕਥਨੀ ਸਾਰ, ਮਾਨ ਲੇਤ ਜਿਸ ਸਿਰਜਨਹਾਰ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹੋ ਨਾਨਕ ਸਾ ਕਥਨੀ ਸਾਰ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਜਿਹੜੀ ਹੈ ਉਹ ਉੱਚੀ ਤੇ ਸ਼੍ਰੇਸ਼ਟ ਹੈ। ਮਾਨ ਲੇਤ ਜਿਸ ਸਿਰਜਣਹਾਰ, ਔਰ ਪ੍ਰਮਾਤਮਾ ਉਸ ਜੀਵ ਦੀ ਕੀਤੀ ਹੋਈ ਅਰਦਾਸ ਵੀ ਪ੍ਰਵਾਨ ਕਰ ਲੈਂਦੇ ਨੇ ਜਿਨ੍ਹਾਂ ਨੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਮੰਨ ਲਿਆ, ਅਪੂਰਨ ਤੌਰ ਦੇ ਉੱਤੇ
परमात्मा दे हुक्म नूं, ओहदी रज़ा नूं प्रमाण कर लिया, मंजूर कर लिया। और जदों मंजूर कर लिया, अतुट प्रेम पै गया, तो सतगुर सच्चे पातशाह भी फिर पिछे नहीं, वो भी अपने प्यारे की गल कही हुई अरदास की हुई अरदास दरगाह च प्रवान कर लेंदे हन। गौड़ी महला पंजवा नित प्रत नावण राम सर की जय, चोल महारस हर अमृत पीजै। इस दी उथानका बहुत लंबी है, अज नहीं हो सकता, मोहले अध्याय दे विच आप जी दे नाल सांझी करन दी कोशिश करांगे आपां। कहंदे नित प्रत नावण राम सर की जय। राम सर सरोवर दा नाम है। इत्थे 5 सरोवर ने सतगुर सच्चे पातशाह दी कृपा दे नाल दरबार साहब अमृतसर दे विच, ते एक उन्हां दे विचों जिहदा संतोख सर है, ते इसे तरह ही रामसर है। रामसर है जिन्हों अज आपां ये सचखंड वाला गुरु रामदास महाराज सच्चे पातशाह दा शरीर कहंदे हैं। कहंदे जिहड़े निता प्रति उस सरोवर दे विच इशनान कर रहे हन। हुण किद्दां इशनान करदे ने, बेनती करां आप जी नूं, हंकार ना समझो, मान ना समझो, ये ना सोचो भी सानू बहुत ज्ञान है, अज तक तुहाडे चरणों की खाक लैण नूं बैठे हैं दोनों जने। तुहाडीआं अरदासां दे नाल शायद हो सकदा असीं जीवन बाजी जित जाइए। हुण एक काम तुहानूं करके बेनती करां, इस तरह करना शुरू कर दिओ। देखो भी गुरु की खेला मुंडाउंदा, जदों सवेर नूं इशनान करन लगदे ने, जदों शरीर ते पानी पैंदा, उदों कह दिओ धन 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 गुरु रामदास महाराज सच्चे पातशाह जी, ऐ जल जिहड़ा मेरे शरीर ते पिया है तेरे सरोवर दा जल है, सख्त करके मेरी हाजरी तेरे सरोवर दे विच लग जावे। क्योंकि वो सरोवर जिहड़ा है वो गुरु रामदास महाराज सच्चे पातशाह दा शरीर है, जिहड़ा उदू शरीर दे नाल एक बार लग जांदा, समझ लो सतगुर दे गले नाल मिल जांदा। ते जिहड़ा जीव गले नाल निरंकार दे मिल गया, उहदे पाप सतगुर धो दिंदे ने, भावें किन्ने भी जन्मां दे पाप उहनूं लगे होण। इस करके जे आपां नहीं, पर मैं तुहानूं इह दसदा करना बड़ा मुश्किल है। जदों असीं कईयां नूं बेनती कीती, पर वो कहते भी जदों 2 दिन का चेता रहिंदा, उस तो बाद भुल जाता सानूं चेता। इदां करो, मैं होर तुहानूं आइडिया तुहानूं दस्सां। एक पेपर दे उत्ते लिख के बाथरूम दे विच तुसीं उस नूं ला लो, किसी चीज़ दे नाल चंबेड़ लो कंध दे उत्ते, जिथे कि तुहानूं हर वेले दसदा रहे, जां जिथों तुसीं ब्रश करदे हो उस सिंख दे उत्ते ला लो भी जिस वेले ये जल मेरे शरीर ते पा, मैं उस वेले धन धन गुरु रामदास महाराज सच्चे पातशाह दे चरणों दे विच अरदास करनी है। ये जदों 1 महीना कि तुसीं करोगे, मन परपक्ता दे विच आ जाएगा, ये भी रोज़ ही कहना शुरू हो जाएगा। तुसीं किसी भी दुनिया के किसी हिस्से दे विच बैठे होवोगे, तुहाडी हाज़री गुरु रामदास महाराज सच्चे पातशाह दे चरणों दे विच लग जाएगी, प्रवान हो जाएगी। जे हुण साडे मन दे विच शंका पै गई भी ये नहीं होनी, तो मैं एक साखी तुहाडे नाल साझी करां। जदों गुरु रामदास महाराज सच्चे पातशाह जी अजे गुरता गद्दी दे उत्ते बैठे नहीं, तो जदों लाहौर दे विच गुरु अमरदास महाराज सच्चे पातशाह दे उत्ते केस हो गया सी, सतगुर सच्चे पातशाह जी कहंदे गुरु रामदास जी नूं आखण लगे, जाओ भाई, पुत्तरां वांगू पालिया सी ना महाराज ने, आखण लगे जाओ भाई जाके केस दी कार्रवाई सारी तुसीं आप संभालो। ते सतगुर आखण लगे, महाराज मैनूं तां पता कख नहीं, मैं तो कभी स्कूल का मूँह नहीं देखा। तो निरंकार कहते जिस वे उत्थे जाएगा उस वे साडा ध्यान धर के सज्जी बांह देखनी, सारी दुनिया की विद्या तेरे कोल खड़ी होएगी, सारी दुनिया की विद्या। सतगुर सच्चे पातशाह ने जो इत्थे दे मनमुखी इंसान जिन्हां ने सतगुरां दे उत्ते ये दावा किया होया सी, केस किया होया सी, गुरु रामदास महाराज सच्चे पातशाह जी गुरु अमरदास महाराज सच्चे पातशाह की कृपा ने जित के बाहर निकलते हैं। हुण भाई तुरे आउंदे ने, तुरे आउंदे आउंदे की देखते, एक दुकान के उत्ते बहुत सोहना अंब पिया, आखण लगे ये अंब तो मेरे गुरां दे चुपण वर्गा। सुनी साखी तुसीं, एक बार बहुत बार सुनी होगी। अंब खरीद लिया, अंब खरीद के सतगुर सच्चे पातशाह की कृपा दे नाल पैंडा कटदे आ रहे ने। की होया, गर्मी के दिन से ये अंब चोण लग पिया, इहदा रसा जिहड़ा सी चोण लग पिया। ते गुरु रामदास महाराज सच्चे पातशाह जी कहंदे भी मेरा बापू, मेरा पिता गुरदेव वो तो अंतरजामी है, जे मैं ध्यान धर के उन्होंने अंब मैं इत्थे चूप लवां ते सतगुर सच्चे पातशाह नूं पहुंच जाना, मैनूं भरोसा है दो चीज़ का। ते सतगुरां ने झोले दे विचों अंब कढिया ते चूपिया, चूप के
ਉਸ ਦੀ ਗਿੜਗ ਜਿਹੜੀ ਸੀਗੀ ਉਸ ਨੂੰ ਵੀ ਤੇ ਸਾਰੀ ਚੀਜ਼ ਨੂੰ ਸਾਂਭ ਸੰਭਾਲ ਕਰਕੇ ਤੁਰਿਆ। ਇੱਧਰ ਕਹਿੰਦੇ ਕੀ ਹੋਇਆ ਉਸ ਵੇਲੇ ਸਮਾਂ ਜਿਹੜੇ ਜੋ ਸਤਿਗੁਰ ਦੀ ਸੰਗਤ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਦੇ ਵਿੱਚ ਖੜੇ ਸਨ, ਉਹ ਕੀ ਦੇਖਦੇ ਨੇ, ਗੁਰੂ ਅਮਰਦਾਸ ਜੀ ਆਪਣੇ ਦੰਦਾਂ ਦੇ ਵਿੱਚੋਂ ਉਹ ਜਿਹੜੀਆਂ ਜੜ੍ਹਾਂ ਹੁੰਦੀਆਂ ਨੇ ਅੰਬ ਦੀਆਂ ਉਹ ਕੱਢਣ ਰਹੇ ਨੇ। ਸਿੱਖ ਹੈਰਾਨ ਹੋ ਗਏ, ਆਖਣ ਲੱਗੇ ਮਹਾਰਾਜ ਤੁਸੀਂ ਤਾਂ ਅੰਬ ਚੁੱਪੇ ਨਹੀਂ, ਪਰ ਤੁਹਾਡੇ ਜੜ੍ਹਾਂ ਜੀ ਕਿੱਥੋਂ ਆ ਗਈਆਂ? ਤੇ ਸਤਿਗੁਰ ਹੱਸ ਪਏ, ਕਹਿੰਦੇ ਸਮਾਂ ਆਉਣ ਤੇ ਦੱਸਾਂਗੇ ਤੁਹਾਨੂੰ। ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨਾਂ ਦੇ ਉੱਤੇ ਆਣ ਕੇ ਨਮਸਕਾਰ ਕੀਤੀ, ਸਾਰਾ ਹਾਲ ਦੱਸਿਆ, ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਅੰਬ ਬੜਾ ਮਿੱਠਾ ਸੀ। ਇਹ ਹੈ ਪ੍ਰੇਮ ਦੀ ਖੇਡ। ਕਹਿੰਦੇ ਗੁਰਮੁਖਾ ਅੰਬ ਬੜਾ ਮਿੱਠਾ ਸੀ। ਤੇ ਫਿਰ ਉਹ ਸੰਗਤ ਨੂੰ ਦੱਸਿਆ, ਤੇ ਸੰਗਤ ਨੂੰ ਦੱਸਿਆ ਵੀ ਉਹ ਜਿਹੜਾ ਜਾਲਾ ਮੂੰਹ ਚੋਂ ਅਸੀਂ ਕੱਢਣ ਡਿਆ ਸਾਂ ਉਹ ਅਸਲ ਵਿੱਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦੰਦਾਂ ਦੇ ਵਿੱਚ ਅੜਿਆ ਹੋਇਆ ਸੀ। ਪਰ ਅੰਬ ਉੱਥੇ ਚੁੱਪਿਆ, ਅਸਰ ਇੱਥੇ ਹੋ ਗਿਆ। ਮਾਈ ਸੇਵਾ ਦੀ ਮੈਂ ਆਪ ਜੀ ਦੇ ਕੋਲ ਬੇਨਤੀ ਕਰ ਚੁੱਕਿਆ। ਕਾਬਲ ਦੇ ਵਿੱਚ ਪੁੱਤਰ ਸੁੱਤਾ ਪਿਆ ਤੇ ਸੇਵਾ ਕਰਦੀ ਕਰਦੀ ਭੰਗੂੜਾ ਅੰਮ੍ਰਿਤਸਰ ਤੋਂ ਹਿਲਾਉਣ ਡਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਏਡੇ ਦਿਆਲੂ ਕਿਰਪਾਲੂ ਨੇ, ਜਿਹਦੇ ਤੁਸੀਂ ਗੁਰਸਿੱਖ ਹੋ, ਜਿਹਦੀ ਬੰਦਗੀ ਕਰ ਕਰਕੇ ਤੁਸੀਂ ਹਰ ਪਦਾਰਥ ਸੰਸਾਰ ਦਾ ਪਾ ਸਕਦੇ ਹੋ। ਹਰ ਪਦਾਰਥ ਇਹ ਉਸ ਨਿਰੰਕਾਰ ਸੱਚੇ ਪਾਤਸ਼ਾਹ ਦੀ ਸੇਵਾ ਸਮਝ ਲਓ ਅਸੀਂ ਤੁਹਾਡੀ ਕਰ ਰਹੇ ਹਾਂ, ਤੁਹਾਨੂੰ ਉਹਦਾ ਰੂਪ ਸਮਝ ਕੇ ਕਰ ਰਹੇ ਹਾਂ। ਸੋ ਇੱਕ ਵਾਰ ਕਰਿਓ ਕਿਰਪਾ। ਫਿਰ ਨਿਤ ਪ੍ਰਤ ਨਾਵਣ ਰਾਮ ਸਰ ਕੀਜੈ, ਚੋਲ ਮਹਾਰਸ ਹਰ ਅੰਮ੍ਰਿਤ ਪੀਜੈ। ਕਹਿੰਦੇ ਨਿਤਾ ਪ੍ਰਤੀ ਅੰਮ੍ਰਿਤ ਸਰ ਦੇ ਤੂੰ ਇਸ਼ਨਾਨ ਕਰ। ਹੁਣ ਇੱਕ ਤਾਂ ਇਹ ਇਸ਼ਨਾਨ ਵਾਲੇ, ਦੂਜੇ ਕਹਿੰਦੇ ਉਹ ਨਿਰੰਕਾਰ ਵੱਲੋਂ ਬਖਸ਼ਿਸ਼ ਕੀਤਾ ਹੋਇਆ ਜਿਹੜਾ ਹੁਕਮ ਹੈ, ਜਿਹੜੀ ਉਹਦੀ ਰਜ਼ਾ ਹੈ, ਜਿਹੜਾ ਉਹਦਾ ਰਹਿਤ ਮਰਜ਼ਾਦਾ। ਕਿਉਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਰਹਿਤ ਮਰਜ਼ਾਦਾ ਦੀ ਗੱਲ ਕੀਤੀ। ਇਹ ਰਹਿਤ ਮਰਜ਼ਾਦਾ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹਦੇ ਬਾਰੇ ਬਹੁਤ ਤੁਸੀਂ ਬੜੇ ਗੁਰੂ ਸਿੱਖਾਂ ਤੋਂ ਇਹ ਬੇਨਤੀ ਸੁਣੀ, ਜੋ ਉੱਥੇ ਜਿੱਥੇ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਖਾਵੇ, ਭਲ ਕੇ ਧਿਆਨ ਹਰ ਨਾਮ ਤੇ ਆਵੇ, ਇਹ ਉਦਮ ਕਰੇ ਭਲ ਕੇ ਪ੍ਰਭਾਤੇ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਇਹ ਰਹਿਤ ਮਰਜ਼ਾਦਾ ਸਾਡੀ, ਇਹ ਰਹਿਤ ਮਰਜ਼ਾਦਾ ਗੁਰੂ ਕਿੱਡੀ ਕਿਰਪਾ ਕਰਦਾ ਇਹਦੇ ਵਿੱਚ। ਕਹਿੰਦੇ ਵੀ ਉਸ ਤਰ੍ਹਾਂ ਵੀ ਆਪਣੇ ਅੰਦਰ ਦੇ ਇਸ਼ਨਾਨ ਵੀ ਕਰ ਨਾਮ ਦੇ ਨਾਲ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਧਰ ਕੇ ਸ੍ਰੀ ਅੰਮ੍ਰਿਤਸਰ ਦਾ, ਤਾਂ ਹੀ ਆਪਾਂ ਅਰਦਾਸ ਵਿੱਚ ਅੰਮ੍ਰਿਤਸਰ ਦੇ ਇਸ਼ਨਾਨ ਤੇ ਦਰਸ਼ਨਾਂ ਦੀ ਰੋਜ਼ ਭੀਖ ਮੰਗਦੇ ਹਾਂ ਗੁਰੂ ਦੇ ਕੋਲੋਂ। ਕਹਿੰਦੇ ਝੋਲ ਮਹਾਰਸ ਅੰਮ੍ਰਿਤ ਪੀਜੇ। ਕਹਿੰਦੇ ਆਨੰਦ ਰੂਪੀ ਵਿੱਚ, ਸਤ ਸੰਗਤ ਰੂਪੀ ਦੇ ਵਿੱਚ ਤੂੰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲੋਂ ਹਰ ਵੇਲੇ ਅੰਮ੍ਰਿਤ ਪੀਵੇਂਗਾ। ਉਹਦੇ ਨਾਮ ਦਾ ਅੰਮ੍ਰਿਤ ਹਰ ਵੇਲੇ ਤੂੰ ਪੀਂਦਾ ਹੀ ਰਹੇਗਾ। ਰਹਾਉ निर्मल उदक गोविंद का नाम, मजन करत पूरन सब काम। कहते ਇਹ ਨਿਰਮਲ ਉਦਕ ਕਹਿੰਦੇ ਨੇ ਜਲ ਨੂੰ। ਕਹਿੰਦੇ ਇਹ ਜਿਹੜਾ ਜਲ ਹੈ ਨਾ ਸਰੋਵਰ ਦੇ ਵਿੱਚ, ਇਹ ਬਹੁਤ ਨਿਰਮਲ ਹੈ ਭਾਈ। ਇੱਥੇ 8 ਹੀ ਪੈਰ ਨਿਰੰਕਾਰ ਦੀ ਬੰਦਗੀ ਹੋ ਰਹੀ ਆ। ਇਹ ਅੰਮ੍ਰਿਤ ਬਣ ਚੁੱਕਿਆ ਹੈ। ਮੈਂ ਪਹਿਲਾਂ ਆਪ ਜੀ को ਬੇਨਤੀ ਕੀਤੀ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਇਹ ਸਰੀਰ ਸਮਝੋ ਔਰ ਜਾਓ ਵੀ ਬਹੁਤ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਜਾਓ। ਕਾਹਲੀ ਨਾ ਕਰੋ ਭਾਈ। ਸਮਾਂ ਕੱਢ ਕੇ ਜਦੋਂ ਤੁਸੀਂ ਇੱਥੇ ਜਾਂਦੇ ਹੋ, ਹੁਣ ਇਹ ਨਹੀਂ ਵੀ ਆਪਾਂ ਥੂਕੜੇ ਲਾ ਕੇ ਵਾਪਸ ਆ ਜਾਣਾ। ਸਮਾਂ ਲਾਓ, ਗੁਰੂ ਦੀ ਗੋਦ 'ਚ ਬੈਠੋ, ਇਹ ਇਸ਼ਨਾਨ ਪਾਨ ਕਰਕੇ ਮਹਾਰਾਜ ਦਾ ਸ਼ੁਕਰਾਨਾ ਕਰੋ, ਹਰ ਵੇਲੇ ਅਰਦਾਸਾਂ ਕਰੀ ਜਾਓ। ਔਰ ਇੱਕ ਹੋਰ ਬੇਨਤੀ ਮੇਰੀ ਇੱਥੇ, ਬਸ ਇਹ ਸ਼ਬਦ ਤੋਂ ਬਾਅਦ ਆਪਾਂ ਸਮਾਪਤੀ ਕਰਨੀ ਹੈ। ਇੱਕ ਹੋਰ ਬੇਨਤੀ ਹੈ ਵੀ ਜਦੋਂ ਤੁਸੀਂ ਸ੍ਰੀ ਅੰਮ੍ਰਿਤਸਰ ਜਾਂਦੇ ਹੋ, ਦਰਬਾਰ ਸਾਹਿਬ ਪੌੜੀਆਂ ਉੱਤਰ ਕੇ ਨਮਸਕਾਰ ਕਰਦੇ ਹੋ, ਤੇ ਫਿਰ ਤੁਸੀਂ ਸਦਾ ਹੀ ਖੱਬੇ ਹੱਥ ਦੇ ਹੋ ਕੇ ਪਰਿਕਰਮਾ ਕਰਦੇ ਹੋ ਤੁਸੀਂ। ਪਰ ਮੈਂ ਬਹੁਤ ਸੰਗਤ ਨੂੰ ਉੱਥੇ ਦੇਖਿਆ ਇਦੋਂ ਚੀਜ਼ ਨੂੰ, ਜਿਸ ਵੇਲੇ ਉਹ ਦੁੱਖ ਭੰਜਨੀ ਬੇਰੀ ਦੇ ਲਾਗੇ ਜਾਂਦੇ, ਇੱਥੇ 3 ਬੇਰੀਆਂ ਨੇ ਨਾ, ਦੁੱਖ ਭੰਜਨੀ ਬੇਰੀ ਆ ਜਿਹੜੀ, ਉਹਦੇ ਲਾਗੇ ਜਾਂਦੇ ਨੇ, ਉੱਥੇ ਉਹ ਬੇਰੀ ਨੂੰ ਤਾਂ ਮੱਥਾ ਟੇਕ ਲੈਂਦੇ ਨੇ, ਉਹਦੇ ਗਾਹਾਂ ਉਹਦੇ ਲੰਘ ਜਾਂਦੇ ਨੇ। ਭਾਈ ਇੱਥੇ 2 ਸਥਾਨ ਹੈ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਇੱਥੇ ਪ੍ਰਕਾਸ਼ ਹੈ। ਉਸ ਸਰੂਪ ਨੂੰ ਵੀ ਉਹੀ ਸਰੂਪ ਜਾਣੋ ਜਿਹੜਾ ਅੰਦਰ ਪ੍ਰਕਾਸ਼ ਹੈ, ਉਹੀ ਸਰੂਪ ਜਾਣੋ ਜਿਹੜਾ ਆਹ ਪ੍ਰਕਾਸ਼ ਹੈ। ਇੱਥੇ ਵੀ ਭਾਵਨਾ ਰੱਖ ਕੇ ਨਮਸਕਾਰ ਕਰੋ। ਨਾਲ ਹੀ ਥੜਾ ਸਾਹਿਬ ਹੈ, ਜਿੱਥੇ ਨਿਰੰਕਾਰ ਸੱਚੇ ਪਾਤਸ਼ਾਹ ਨੇ ਪੋਥੀਆਂ ਖੋਲ ਕੇ ਕਿਹਾ ਸੀ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ। ਇਸ ਥੜੀ ਨੂੰ ਵੀ ਸਤਿਕਾਰ ਨਾਲ ਨਮਸਕਾਰ ਕਰੋ। ਇੱਥੋਂ ਚਲੋ ਹੌਲੀ ਹੌਲੀ, ਕਦਮ ਨੂੰ ਬਹੁਤ ਪਿਆਰ ਨਾਲ ਰੱਖਿਓ, ਕਿਉਂਕਿ ਜਿੰਨੀ ਵੀ ਆ ਸਿੱਲਾਂ ਨੇ ਨਾ,
ਜਿਨ੍ਹਾਂ ਦੇ ਉੱਤੇ ਤੁਹਾਡੇ ਪੈਰ ਲੱਗਦੇ ਨੇ, ਇਹ ਸਾਰਿਆਂ ਦੇ ਥੱਲੇ ਅਮਰ ਸ਼ਹੀਦ ਪਏ ਨੇ। ਇੱਥੇ ਸਾਰੇ ਜਗ੍ਹਾ ਦੇ ਵਿੱਚ ਸਿੰਘਾਂ ਨੇ ਬੇਅੰਤ ਕਸ਼ਟ ਚੱਲ ਚੱਲ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹੋਈਆਂ ਨੇ। ਬਹੁਤ ਪਿਆਰ ਨਾਲ ਚੱਲੋ, ਕਾਹਲੀ ਨਾ ਕਰੋ। ਜਾਂਦੇ ਜਾਂਦੇ ਧੰਨ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਕਰਦੇ ਜਿਸ ਵੇਲੇ ਤੁਸੀਂ ਸੱਜੇ ਨੂੰ ਮੁੜਦੇ ਹੋ, ਇੱਥੇ ਇਸ਼ਨਾਨ ਕਰਨਾ, ਇੱਥੇ ਕਰ ਲਓ। ਇੱਥੇ ਅਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ। ਉਸ ਅਸਥਾਨ ਦੇ ਲਾਗੇ ਭਾਈ ਇੱਕ ਚੌਰਸ ਬਣਿਆ ਹੋਇਆ ਹੈ, ਉਹਦੇ ਵਿੱਚ ਇੱਕ ਕਾਂਟੇ ਦਾ ਨਿਸ਼ਾਨ ਹੈ। ਇੱਥੇ ਬਹੁਤ ਤਵੱਜੋ ਦੇਵੋ। ਜਦੋਂ ਤੁਸੀਂ ਬਾਬਾ ਦੀਪ ਸਿੰਘ ਦੇ ਅਸਥਾਨ ਨੂੰ ਨਮਸਕਾਰ ਕਰਦੇ ਹੋ, ਇਹ ਜਿਹੜਾ ਮਾਰਕਾ ਲੱਗਾ ਹੋਇਆ, ਇਹ ਮਾਰਕੇ ਦੇ ਵਿੱਚ ਜਿੱਥੇ ਕ੍ਰੋਸ ਲੱਗਾ, ਕਦੀ ਵੀ ਆਪਣਾ ਪੈਰ ਨਾ ਇੱਥੇ ਪੈਣ ਦਿਓ। ਅਸਲ ਵਿੱਚ ਇਹ ਉਹ ਜਗ੍ਹਾ ਜਿੱਥੇ ਬਾਬਾ ਦੀਪ ਸਿੰਘ ਦਾ ਸੀਸ ਡਿੱਗਾ ਸੀ। ਪਰਿਕਰਮਾ ਵੱਡੀ ਕਰਨ ਕਰਕੇ ਉਹ ਇਸ ਕਰਕੇ ਗੁਰਦੁਆਰਾ ਸਾਹਿਬ ਪਿੱਛੇ ਨੂੰ ਹੋ ਗਿਆ, ਪਰ ਇਹ ਮਾਰਕਾ ਅਜੇ ਵੀ ਲੱਗਾ ਹੋਇਆ ਹੈ। ਪਰ ਮੁਸੀਬਤ ਇਹ ਉੱਥੇ ਲਿਖ ਕੇ ਕੁਛ ਨਹੀਂ ਲਾਇਆ। ਸੰਗਤ ਅਣਜਾਣ ਭੋਲੀ ਆ ਸੰਗਤ ਵਿਚਾਰੀ, ਜਿਨ੍ਹਾਂ ਨੂੰ ਪਤਾ ਨਹੀਂ। ਪਰ ਜਿਹੜੇ ਆ ਕਥਾ ਸੁਣਦੇ ਨੇ, ਔਰ ਉਹਨਾਂ ਨੂੰ ਮੈਂ ਬੇਨਤੀ ਕਰਦਾ, ਜਦੋਂ ਵੀ ਸ੍ਰੀ ਦਰਬਾਰ ਸਾਹਿਬ ਜਾਓ, ਇਸ ਜਗ੍ਹਾ ਦੇ ਉੱਤੇ ਜਿੱਥੇ ਉਹ ਮਾਰਕਾ ਲੱਗਾ ਹੋਇਆ ਹੈ, ਕਦੀ ਵੀ ਇੱਥੇ ਪੈਰ ਨਾ ਰੱਖਿਓ। ਇਹ ਉਹ ਸਥਾਨ ਹੈ ਜਿੱਥੇ ਬਾਬਾ ਦੀਪ ਸਿੰਘ ਹੁਣਾਂ ਦਾ ਸੀਸ ਆਣ ਕੇ ਸਤਿਗੁਰਾਂ ਦੇ ਚਰਨਾਂ 'ਚ ਮਹਾਰਾਜ ਬਾਬਾ ਜੀ ਨੇ ਟਿਕਾਇਆ ਸੀ। ਇੱਥੋਂ ਚੱਲੋਗੇ ਗਾਂ ਜਾ ਕੇ ਆਏਗਾ ਬਾਬਾ ਬੁੱਢਾ ਜੀ ਦਾ ਜਲ ਅਸਥਾਨ। ਜੇ ਜਲ ਛਕਣਾ, ਪ੍ਰੇਮ ਨਾਲ ਭਾਵਨਾ ਨਾਲ ਛਕਿਓ। ਛਕ ਕੇ ਜਦੋਂ ਤੁਸੀਂ ਸੱਜੇ ਮੁੜਦੇ, ਪਹਿਲਾਂ ਇੱਥੇ ਦੇ ਕੜਾਹ ਪ੍ਰਸ਼ਾਦੀ ਦੇ ਕੇ ਤੋਂ ਪ੍ਰਾਪਤ ਹੁੰਦੀ ਤੁਹਾਨੂੰ। ਤਾਂ ਇੱਥੇ ਆਉਂਗੇ, ਇੱਥੇ ਫੇਰ ਬੇਰੀ ਆ, ਲਾਚੀ ਬੇਰੀ। ਇਸ ਬੇਰੀ ਦੇ ਨਾਲ ਫੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ। ਇੱਥੇ ਵੀ ਉਨੀ ਭਾਵਨਾ ਦੇ ਨਾਲ ਨਮਸਕਾਰ ਕਰਿਓ, ਉਹਦੇ ਪ੍ਰੇਮ ਦੇ ਨਾਲ ਨਮਸਕਾਰ ਕਰਿਓ, ਜਿਹੜੀ ਜਾ ਕੇ ਅੰਦਰ ਜਿਸ ਸਰੂਪ ਨੂੰ ਤੁਸੀਂ ਕਰਨੀ ਆ। ਇੱਥੋਂ ਵੀ ਝੋਲੀਆਂ ਖਾਲੀ ਭਰ ਹੁੰਦੀਆਂ ਭਾਈ, ਇਹ ਨਾ ਸੋਚੋ ਅੰਦਰ ਜਾ ਕੇ ਭਰ ਹੁੰਦੀਆਂ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਘਰ ਘਰ ਉੱਤੇ ਤੇ ਹਰ ਸਰੀਰ ਦੇ ਉੱਤੇ ਹਰ ਜੀਵ ਦੇ ਸੰਗ ਅੰਗ ਸੰਗ ਸਹਾਈ ਨੇ। ਇੱਥੇ ਨਮਸਕਾਰ ਕਰਕੇ ਇਹ ਲਾਚੀ ਬੇਰੀ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖੋ। ਇਹ ਉਹ ਲਾਚੀ ਬੇਰੀ ਆ ਜਿੱਥੇ ਭਾਈ ਸੁੱਖਾ ਸਿੰਘ ਮਤਾਬ ਸਿੰਘ ਉਹਨਾਂ ਨੇ ਘੋੜੇ ਬੰਨ ਕੇ ਮੱਸੇ ਰੰਗੜ ਦਾ ਸਿਰ ਵੱਢਿਆ। ਤਾਂ ਇੱਥੋਂ ਫਿਰ ਤੁਸੀਂ ਜਾਂਦੇ ਹੋ ਅੰਦਰ ਜਾਣ ਤੋਂ ਪਹਿਲਾਂ ਜਦੋਂ ਤੁਸੀਂ ਦਰਸ਼ਨੀ ਡਿਉੜੀ ਤੇ ਜਾਂਦੇ ਹੋ ਨਾ, ਉੱਥੇ ਲਿਖਿਆ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਉਹ ਜਦੋਂ ਤੁਸੀਂ ਪੜੋ ਤਾਂ ਉੱਥੇ ਨਮਸਕਾਰ ਕਰੋ। ਜਿੱਦਾਂ ਤੁਸੀਂ ਨਮਸਕਾਰ ਕਰਦੇ ਜਾਓਗੇ, ਮਨ ਨੀਵਾਂ ਹੋਣਾ ਸ਼ੁਰੂ ਹੋ ਜੂ, ਮੈਲ ਲੈਣੀ ਸ਼ੁਰੂ ਹੋ ਜੂ। ਇਸ ਨੂੰ ਨਮਸਕਾਰ ਕਰਕੇ ਫਿਰ ਅੰਦਰ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਬਾਰ ਸਾਹਿਬ ਦੇ ਦਰਵਾਜ਼ੇ ਤੇ ਜਾਂਦੇ ਹੋ, ਉੱਥੇ ਫਿਰ ਨਮਸਕਾਰ ਕਰੋ। ਤੇ ਜਿਹੜੀ ਸਰਦਣ ਆ ਨਾ, ਉਹਦੇ ਉੱਤੇ ਕਦੀ ਪੈਰ ਨਾ ਟਿਕਾਇਓ। ਅੰਦਰ ਜਾ ਕੇ ਅਰਦਾਸ ਕਰੋ, ਸ਼ੁਕਰਾਨਾ ਕਰੋ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ, ਜਿਹਨੇ ਪਤਾ ਨਹੀਂ ਕਿੱਡੀ ਦੂਰੋਂ ਤੁਹਾਨੂੰ ਆਵਾਜ਼ ਮਾਰ ਕੇ ਸੱਦਿਆ। ਉੱਤੇ ਵੀ ਆ ਜਾ ਗੁਰਮੁਖਾ, ਆ ਜਾ, ਮੈਂ ਤੇਰੇ ਪਾਪ ਸਾਰੇ ਖਤਮ ਕਰ ਦੇਵਾਂ, ਆ ਜਾ, ਮੈਂ ਤੈਨੂੰ ਆਪਣੇ ਹਿੱਕ ਦੇ ਨਾਲ ਲਾ ਲਵਾਂ। ਫਿਰ ਉੱਥੇ ਜਿਹੜੀ ਅਰਦਾਸ ਕਰਿਓ, ਉਹਦੇ ਉੱਤੇ ਪੂਰੇ ਉਤਰਿਓ। ਇਹ ਨਾ ਹੋਵੇ ਵੀ ਅਰਦਾਸ ਕਰਕੇ ਮੁੜ ਕੇ ਆਣ ਕੇ ਫਿਰ ਉਹੀ ਕੰਮ ਕਰਨ ਲੱਗ ਪਿਓ। ਜਦੋਂ ਇੱਥੋਂ ਬਾਹਰ ਆਉਂਦੇ ਹੋ ਨਾ, ਤਾਂ ਉੱਥੇ ਵੀ ਤੁਸੀਂ ਨਿਸ਼ਾਨ ਸਾਹਿਬ ਦੋਨੋਂ ਨੇ, ਅਕਾਲ ਤਖਤ ਸਾਹਿਬ ਜਾਂਦੇ ਆ, ਨਮਸਕਾਰ ਕਰਦੇ। ਸ਼ਹੀਦਾਂ ਦਾ ਸਥਾਨ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਦਾ, ਤੇ ਜਿਹੜੇ ਨਾਲ 84 ਦੇ ਵਿੱਚ ਸ਼ਹੀਦ ਹੋਏ, ਉੱਥੇ ਨਮਸਕਾਰ ਕਰਦੇ ਹੋ। ਨਾਲ ਉੱਥੇ ਥੜਾ ਸਾਹਿਬ ਹੈ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਤੇ ਇਹ ਥੜਾ ਸੀ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਦਰਬਾਰ ਸਾਹਿਬ ਨਹੀਂ ਆਉਣ ਦਿੱਤਾ, ਮਸੰਦਰ ਦਰਵਾਜ਼ੇ ਲਾਏ, ਇੱਥੇ ਸਤਿਗੁਰਾਂ ਨੇ ਬੈਠ ਕੇ ਬੰਦਗੀ ਕੀਤੀ। ਇੱਥੇ ਨਮਸਕਾਰ ਕਰਦੇ ਔਰ ਜਿੱਥੇ ਪਿਛਲੇ ਪਾਸੇ ਦੇਖੋਗੇ ਨਾ ਅਕਾਲ ਤਖਤ ਸਾਹਿਬ ਦੇ, ਇੱਥੇ ਬਾਬਾ ਗੁਰਬਖਸ਼ ਸਿੰਘ ਉਹਨਾਂ ਦਾ ਬੁੰਗਾ ਹੈ। ਉਹਨਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ, ਇਸੇ ਤਰ੍ਹਾਂ ਜਿੱਦਾਂ ਬਾਬਾ ਦੀਪ ਸਿੰਘ ਜੀ ਨੇ ਜੰਗ ਕੀਤਾ ਸੀ ਮੁਗਲਾਂ ਦੇ ਨਾਲ ਲੜਦੇ ਨੇ। ਉੱਥੇ ਜਾਓ, ਫਿਰ ਨਿਕਲ ਕੇ ਜਿਸ ਵੇਲੇ ਨਿਸ਼ਾਨ ਸਾਹਿਬਾਂ ਨੂੰ ਮੱਥਾ ਟੇਕੋਗੇ, ਉਸ ਵੇਲੇ ਤੁਸੀਂ ਫਿਰ ਜਿਸ ਵੇਲੇ ਖੱਬੇ ਹੱਥ ਹੋ ਕੇ ਤੁਰਦੇ, ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਭਾਈ। ਉੱਥੇ ਨਮਸਕਾਰ ਕਰੋ, ਉੱਥੋਂ ਜਾ ਕੇ ਫਿਰ ਮੁੜ ਕੇ ਆ ਜਾਂਦੇ ਬਾਬਾ ਬੇਰ ਜੀ ਦਾ, ਬਾਬਾ ਬੁੱਢਾ ਜੀ ਦਾ ਬੇਰ। ਨਮਸਕਾਰ ਕਰਕੇ ਇੱਥੇ ਅਰਦਾਸ ਕਰੋ ਖੜ ਕੇ, ਐਵੇਂ ਨਾ ਬਾਹਰ ਨਿਕਲ ਜਾਇਓ। ਅਰਦਾਸ ਕਰਕੇ ਤੁਹਾਡੀ ਪਰਿਕਰਮਾ ਵੀ ਹੋ ਗਈ, ਗੁਰੂ ਮਹਾਰਾਜ ਨੂੰ ਸ਼ਰਧਾ ਵੀ ਤੁਸੀਂ ਦਿਖਾ ਦਿੱਤੀ, ਗੁਰੂ ਦੇ ਕੋਲੋਂ ਤਿਲ ਫੁੱਲ ਜੋ ਗੁਰੂ ਨੇ ਤੁਹਾਡੀ ਝੋਲੀ 'ਚ ਪਾਉਣਾ ਸੀ ਉਹ ਪਾ ਦਿੱਤਾ। ਤੁਸੀਂ ਵੀ ਅਨੁਭਵ ਕਰ ਲਿਆ ਵੀ ਤੁਸੀਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੁਝ ਪ੍ਰਾਪਤੀ ਕਰਕੇ ਚੱਲੇ ਹੋ। ਤਾਂ ਫਿਰ ਬਾਹਰ ਨਿਕਲਿਓ ਭਾਈ। ਇਹ ਅਸਥਾਨ ਇਹਨਾਂ ਭਾਗਾਂ ਵਾਲਾ, ਇਹਦੀ ਵਡਿਆਈ ਮੇਰੇ ਵਰਗੇ ਬੇਵਕੂਫ ਨਹੀਂ ਕਰ ਸਕਦੇ, ਮੇਰੇ ਵਰਗੇ ਮਨਮੁਖੀ ਨਹੀਂ ਕਰ ਸਕਦੇ। ਇਹਦੀ ਵਡਿਆਈ ਤਾਂ ਜਿਸ ਨੇ ਬਣਾਇਆ ਉਹੀ ਕਰ ਸਕਦਾ।
ਸੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਉੱਤੇ ਕਿਰਪਾ ਕਰਦੇ ਨੇ, ਕਹਿੰਦੇ ਨਿਰਮਲ ਉਦਕ ਗੋਬਿੰਦ ਕਾ ਨਾਮ। ਇੱਥੇ ਹਰ ਵੇਲੇ ਜਿਹੜਾ ਪ੍ਰੀਤਮ ਦਾ ਨਾਮ ਜਪਿਆ ਜਾਂਦਾ ਹੈ, ਇਹ ਭਾਈ ਬਹੁਤ ਉਜਲ ਹੈ, ਇਹ ਜਲ ਬਹੁਤ ਉਜਲ ਹੈ, ਇਹਦੇ ਵਰਗਾ ਹੋਰ ਦੁਨੀਆ ਤੇ ਜਲ ਕੋਈ ਨਹੀਂ। ਮੱਜਨ ਕਰਤ ਪੂਰਨ ਸਭ ਕਾਨ, ਕਹਿੰਦੇ ਇਹਦੇ ਵਿੱਚ ਜਦੋਂ ਤੂੰ ਇਸ਼ਨਾਨ ਕਰੇਗਾ ਤੇਰੇ ਮਨ ਦੇ ਵਿੱਚ ਸ਼ਰਧਾ ਬਣ ਗਈ, ਤੇਰੇ ਮਨੋਂ ਅਰਦਾਸ ਨਿਕਲ ਗਈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਤਾਂ ਕਹਿੰਦੇ ਆਪਣੇ ਪਾਪ ਸਾਰੇ ਖਤਮ ਕਰਕੇ ਦੁਬਾਰਾ ਪਾਪ ਨਾ ਕਰੀ, ਤੇਰੇ ਸਾਰੇ ਕਾਰਜ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਪੂਰੇ ਕਰ ਦੇਣਗੇ। ਸੰਤ ਸੰਗ ਤੈ ਗੋਸਟ ਹੋਏ, ਕੋਟ ਜਨਮ ਕੇ ਕਿਲ ਵਿਖ ਖੋਏ। ਇੱਥੇ ਜੇ ਤੁਸੀਂ ਖੜ ਗਏ ਤੇ ਆਪ ਸੱਚੀ ਗੱਲਾਂ ਕਰਨ ਲੱਗ ਪਏ ਤੇ ਸਮਝ ਲਿਓ ਉੱਥੇ ਹੋਰ ਬੇਕਾਰੀ ਗੱਲ ਨਾ ਕਰਿਓ। ਇੱਥੇ ਉਹ ਗੱਲ ਕਰਿਓ ਜਿਹਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੀ ਵਡਿਆਈ ਹੋਵੇ, ਇਹ ਬਣ ਜਾਏਗਾ ਤੁਹਾਡਾ ਸਤਸੰਗ ਭਾਈ। ਇੱਥੇ ਜਿਹੜੀ ਤੁਸੀਂ ਚਰਚਾ ਆਪ ਸੁਚੀ ਕਰੋਗੇ, ਇਹ ਸਤਸੰਗ ਤੁਹਾਡਾ ਬਣ ਜਾਵੇਗਾ। ਤਾਂ ਕਹਿੰਦੇ ਇਦੋਂ ਸੰਗਤ ਦਾ ਐਸਾ ਤੁਹਾਨੂੰ ਫਲ ਮਿਲੇਗਾ, ਕਰੋੜਾਂ ਜਨਮਾਂ ਦੇ ਪਾਪ ਤੁਹਾਡੇ ਸਾਰੇ ਸਤਿਗੁਰ ਜੀ ਨਾਸ਼ ਕਰ ਦੇਣਗੇ ਇੱਥੇ ਖੜਿਆਂ ਖੜਿਆਂ ਦੇ ਤੁਹਾਡੇ। ਸਿਮਰੈ ਸਾਧ ਕਰੇ ਆਨੰਦ, ਮਨ ਤਨ ਰਵਿਆ ਪਰਮਾਨੰਦ। ਇੱਥੇ ਬੈਠ ਕੇ ਜਦੋਂ ਤੁਸੀਂ ਸਿਮਰਨ ਕਰੋਗੇ, ਇਹ ਉਸ ਜਿਹੜੀ ਇਹ ਸਾਰੇ ਜਿੰਨੇ ਜੀਵ ਉੱਥੇ ਪ੍ਰਕਰਮਾਂ ਦੇ ਵਿੱਚ ਆਏ ਹੁੰਦੇ ਨੇ, ਉਹ ਸਾਰੇ ਸਾਧੂ ਹੁੰਦੇ ਨੇ, ਉਹ ਸਾਰੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲੋਂ ਕੁਝ ਲੈਣ ਵਾਲੇ ਆਉਂਦੇ ਨੇ ਤੇ ਕੁਝ ਆਪਣਾ ਗੁਨਾਹ ਇੱਥੇ ਬਖਸ਼ਾਉਣ ਵਾਸਤੇ ਆਉਂਦੇ ਨੇ, ਸਾਧ ਹੁੰਦੇ ਨੇ ਉਹ। ਉਹਨਾਂ ਦੇ ਉਸ ਕਰਕੇ ਕਹਿੰਦੇ ਉਹਨਾਂ ਦੇ ਨਾਲ ਜਦੋਂ ਬੈਠ ਕੇ ਤੂੰ ਸਿਮਰਨ ਕਰੇਗਾ, ਇੱਥੇ ਤੈਨੂੰ ਮਹਾ ਆਨੰਦ ਪ੍ਰਾਪਤ ਹੋਵੇਗਾ। ਮਨ ਤਨ ਰਵਿਆ ਪਰਮਾਨੰਦ, ਕਹਿੰਦੇ ਫਿਰ ਜਿਹੜਾ ਤੇਰਾ ਮਨ ਤੇ ਤਨ ਹੈ ਇਹ ਪਰਮ ਆਨੰਦ ਦੇ ਵਿੱਚ ਬਿਸਮਾਦ ਰੂਪ ਦੇ ਵਿੱਚ ਚਲੇ ਜਾਵੇਗਾ। ਜਿਸੈ ਪ੍ਰਾਪਤ ਹਰ ਚਰਨ ਨਿਧਾਨ, ਨਾਨਕ ਦਾਸ ਤਿਸੈ ਕੁਰਬਾਨ। ਜਿਨ੍ਹਾਂ ਦੇ ਉੱਤੇ ਵੈਸੇ ਕਿਰਪਾ ਹੁੰਦੀ, ਹੁਣ ਮੈਂ ਇਹ ਦੇਖਿਆ ਜ਼ਰੂਰ ਇੱਥੇ ਬਹੁਤ ਆ, ਚਲੋ ਆ ਕਰੋਨਾ ਦੇ ਕਾਰਨ ਕਰਕੇ ਥੋੜੇ ਜਿਹਾ ਘੱਟ ਲੋਕ ਆਉਂਦੇ ਸੀ, ਨਹੀਂ ਤਾਂ ਜਿਹੜੇ ਬਾਹਰੋਂ ਲੋਕ ਆਇਆ ਕਰਦੇ ਹੁੰਦੇ ਸੀ, ਵੱਡੀਆਂ 25 30 ਬੱਸਾਂ ਇਧਰੋਂ ਆਪਣੇ ਨਾਗਪੁਰ ਵੱਲੋਂ ਇਧਰੋਂ ਗਾਹਾਂ ਤੋਂ ਜਾ ਕੇ ਮਹਾਰਾਸ਼ਟਰ ਤੋਂ, ਯੂਪੀ ਤੋਂ, ਸੀਪੀ ਤੋਂ ਵੱਡੇ ਲੋਕ ਆਇਆ ਕਰਦੇ ਸਨ। ਔਰ ਇਹਨਾਂ ਦੀ ਸ਼ਰਧਾ ਦੇਖ ਕੇ ਮੈਂ ਹੈਰਾਨ ਹੁੰਦਾ ਉੱਤੇ, ਕਿ ਮੇਰਾ ਜਦੋਂ ਮੈਂ ਜਾਨਾ ਪੰਜਾਬ ਦੇ ਵਿੱਚ ਕੋਸ਼ਿਸ਼ ਕਰਦਾ ਹੁੰਦਾ ਇੱਥੇ ਵੱਧ ਤੋਂ ਵੱਧ ਸਮਾਂ ਆਪਣਾ ਲੱਗ ਜਾਵੇ, ਜਾਣ ਦਾ ਹੀ ਲਵਸਿਲਾ ਬਣਦਾ ਹੀ ਰਹੇ, ਤੇ ਬੜੀ ਉਹਨਾਂ ਦੀ ਮੈਂ ਸ਼ਰਧਾ ਦਿੰਦਾ। ਜੇ ਕਿਤੇ ਉਹ ਗਲਤੀ ਕਰਦੇ ਤੁਸੀਂ ਉਹਨਾਂ ਨੂੰ ਕਹਿ ਵੀ ਦਵੋ, ਉਸੇ ਵੇਲੇ ਸਮਝ ਜਾਂਦੇ ਨੇ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਤਨ ਰਵਿਆ ਪਰਮਾਨੰਦ। ਇੱਥੇ ਪਰਮ ਆਨੰਦ ਦੇ ਵਿੱਚ ਰਹਿ ਕੇ ਤੁਹਾਨੂੰ ਨਿਸ਼ਚਾ ਕਰ ਲੈਣਾ ਚਾਹੀਦਾ, ਨਿਸ਼ਚਾ ਹੋ ਜਾਣਾ ਚਾਹੀਦਾ ਕਿ ਮੈਨੂੰ ਪਰਮਾਤਮਾ ਦੇ ਦਰਸ਼ਨ ਪ੍ਰਤੱਖ ਰੂਪ ਦੇ ਵਿੱਚ ਹੋ ਗਏ ਨੇ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਇੰਨੀ ਹੀ ਸੇਵਾ ਆਪ ਜੀ ਨੇ ਪ੍ਰਵਾਨ ਕਰ ਲੈਣੀ। ਨਿਰੰਕਾਰ ਦੀ ਉਸਤਤ ਕਰਦਿਆਂ ਤੋਂ, ਗੁਰਬਾਣੀ ਪੜ੍ਹਦਿਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਗੁਰੂ ਕੀ ਸੰਗਤ ਬਖਸ਼ਾਂਦਾ ਬਖਸ਼ ਲਿਓ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰੋ। ਇਹ ਵੀ ਹਾਜ਼ਰੀ ਆਪਣੇ ਦਰ ਘਰ ਦੇ ਵਿੱਚ ਪ੍ਰਵਾਨ ਕਰਨੀ। ਫਤਿਹ ਬੁਲਾ ਕੇ ਛੁੱਟੀਆਂ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।